News, views and current affairs with Gurpreet Singh. ਗੁੱਡ ਇਵਨਿੰਗ ਦੋਸਤੋ, ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਨਵੀਂ ਤਾਜ਼ੀ ਦੇ ਵਿੱਚ। ਅੱਜ ਹੈ ਜੀ 29 ਅਕਤੂਬਰ, ਬੁੱਧਵਾਰ ਦੀ ਸ਼ਾਮਾਂ ਬੰਦਾ ਹਾਜ਼ਰ ਹੈ ਤੁਹਾਡੀ ਸੇਵਾ ਵਿੱਚ ਬਹੁਤ ਸਾਰੀ ਖਬਰਾਂ ਲੈ ਕੇ। ਖਬਰਾਂ ਤੋਂ ਬਾਅਦ ਇੱਕ ਬਹੁਤ ਹੀ ਖਾਸ ਪ੍ਰਬੰਧ ਨਾਲ ਬਹੁਤ ਹੀ ਖਾਸ ਗੱਲਬਾਤ। ਸਭ ਤੋਂ ਵੱਡੀ ਖਬਰ ਅੱਜ ਦੀ ਇਹ ਹੈ ਕਿ ਇਜ਼ਰਾਈਲ ਵੱਲੋਂ ਗਾਜ਼ਾ 'ਤੇ ਹਮਲੇ ਸ਼ੁਰੂ ਕਰ ਦਿੱਤੇ ਗਏ ਨੇ। ਇਜ਼ਰਾਈਲ ਦੇ ਜਿਹੜੇ ਆਗੂ ਨੇ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਹਮਾਸ ਵੱਲੋਂ ਜੰਗਬੰਦੀ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਗਈ ਹੈ। ਉਹਨਾਂ ਵੱਲੋਂ ਸਾਡੀ ਫੌਜ ਨੂੰ ਨਿਸ਼ਾਨਾ ਬਣਾਇਆ ਗਿਆ। ਸਿੱਟੇ ਵਜੋਂ ਉਹਨਾਂ ਨੇ ਫੌਜ ਨੂੰ ਖੁੱਲ੍ਹ ਦੇ ਦਿੱਤੀ ਹੈ। ਗਾਜ਼ਾ 'ਤੇ ਮੁੜ ਤੋਂ ਚੜ੍ਹਾਈ ਆਰੰਭ ਕੀਤੀ ਗਈ ਇਜ਼ਰਾਈਲੀ ਦਲਾਂ ਵੱਲੋਂ। ਸਿੱਟੇ ਵਜੋਂ 104 ਮੌਤਾਂ ਹੋਈਆਂ ਨੇ। ਅਖੀਰਲੀਆਂ ਰਿਪੋਰਟਾਂ ਮਿਲਣ ਮੁਤਾਬਕ ਗਾਜ਼ਾ 'ਚ 104 ਮੌਤਾਂ ਹੋਈਆਂ ਨੇ। ਮਰਨ ਵਾਲਿਆਂ ਵਿੱਚ 46 ਬੱਚੇ ਵੀ ਸ਼ਾਮਲ ਸਨ ਅਤੇ 20 ਔਰਤਾਂ ਵੀ। ਇਹ ਇੱਕ ਵੱਡੀ ਡਿਵੈਲਪਮੈਂਟ ਹੈ। ਹਾਲਾਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਕੱਛਾਂ ਜਾ ਰਹੇ ਸੀਗੇ ਕਿ ਮੈਂ ਦਖਲ ਦੇ ਕੇ ਉੱਥੇ ਅਮਨ ਕਾਇਮ ਕਰਵਾ ਦਿੱਤਾ। ਉਹਨਾਂ ਦੇ ਸਮਰਥਕ ਤਾਂ ਉਹਨਾਂ ਨੂੰ ਨੋਬਲ ਪੁਰਸਕਾਰ ਵੀ ਦਿਵਾਉਣ ਲਈ ਉਤਾਰੂ ਸਨ। ਪਰ ਖੈਰ ਇਜ਼ਰਾਈਲ ਨੇ ਇਹ ਪੱਜ ਬਣਾ ਕੇ ਕਿਹਾ ਕਿ ਗਾਜ਼ਾ ਦੇ ਵਿੱਚ ਹਮਾਸ ਵੱਲੋਂ ਜੰਗਬੰਦੀ ਦੀ ਸ਼ਰਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਮੁੜ ਤੋਂ ਗਾਜ਼ਾ 'ਤੇ ਚੜ੍ਹਾਈ ਆਰੰਭ ਦਿੱਤੀ ਹੈ। ਸਿੱਟੇ ਵਜੋਂ ਇਹ ਮੌਤਾਂ ਹੋਈਆਂ ਨੇ। ਹੋ ਸਕਦਾ ਕਿ ਗਿਣਤੀ ਵੱਧ ਗਈ ਹੋਵੇ, ਪਰ ਹਮਾਸ ਵਾਲੇ ਪਿਛਲੇ ਕਈ ਦਿਨਾਂ ਤੋਂ ਰੌਲਾ ਪਾ ਰਹੇ ਨੇ ਕਿ ਇਜ਼ਰਾਈਲੀ ਦਲ ਪਹਿਲਾਂ ਹੀ ਜੰਗਬੰਦੀ ਦੀ ਸ਼ਰਤਾਂ ਦੀ ਉਲੰਘਣਾ ਕਰਦੇ ਆ ਰਹੇ ਨੇ। ਉਹਨਾਂ ਵੱਲੋਂ ਬਕਾਇਦਾ ਦੱਸੇਗਾ ਕਿੰਨੀ ਵਾਰ ਉਲੰਘਣਾ ਹੋਈ ਔਰ ਸੈਂਕੜੇ ਫਲਸਤੀਨੀ ਮੌਤ ਦੀ ਭੇਟ ਚੜ੍ਹ ਚੁੱਕੇ ਸਨ। ਪਰ ਇਜ਼ਰਾਈਲ ਸਰਕਾਰ ਨੇ ਹਮਾਸ 'ਤੇ ਇਸ ਗੱਲ ਦਾ ਠੀਕਰਾ ਭੰਨਿਆ ਔਰ ਇਹ ਸਿਲਸਿਲਾ ਦੁਬਾਰਾ ਸ਼ੁਰੂ ਕਰ ਦਿੱਤਾ। ਸੋ ਉਸ ਖਿੱਤੇ ਦੇ ਵਿੱਚ ਅਮਨ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਇੱਕ ਵਾਰ ਫਿਰ ਲਾਂਭੂ ਲੱਗ ਗਿਆ। ਅਗਲੀ ਜਿਹੜੀ ਵੱਡੀ ਖਬਰ ਕਿ ਸੁਡਾਨ ਦੇ ਵਿੱਚ ਰੈਪਿਡ ਸਪੋਰਟ ਫੋਰਸਿਸ ਨਾਂ ਦਾ ਇੱਕ ਹਥਿਆਰਬੰਦ ਸੰਗਠਨ ਹੈ, ਉਸਨੇ ਅਲ ਫੈਸ਼ਰ ਇਲਾਕੇ 'ਤੇ ਕਬਜ਼ਾ ਜਮਾ ਲਿਆ। ਫੌਜ ਉੱਥੋਂ ਖਦੇੜੀ ਦਿੱਤੀ ਗਈ ਹੈ, ਜਿਸ ਤੋਂ ਪਿੱਛੋਂ ਉੱਥੇ ਜਿਹੜੇ ਗੈਰ ਅਰਬੀ ਲੋਕ ਨੇ ਉਹ ਬੜੇ ਅਣਸੁਰੱਖਿਅਤ ਮਾਹੌਲ 'ਚ ਰਹਿ ਰਹੇ ਨੇ। ਰਿਪੋਰਟ ਆ ਰਹੀ ਨੇ ਕਤਲੇਆਮ ਵੀ ਹੋ ਰਹੇ ਨੇ ਉੱਥੇ, ਤਰ੍ਹਾਂ ਤਰ੍ਹਾਂ ਦੀਆਂ ਜ਼ਿਆਦਤੀਆਂ ਹੋ ਰਹੀਆਂ ਨੇ। ਕੈਨੇਡਾ ਸਰਕਾਰ ਨੇ ਵੀ ਨੋਟਿਸ ਲਿਆ, ਸੰਯੁਕਤ ਰਾਸ਼ਟਰ ਨੇ ਵੀ ਨੋਟਿਸ ਲਿਆ। ਵੇਖੋ ਕੀ ਬਣਦਾ ਨਹੀਂ ਬਣਦਾ। ਪਰ ਸੁਡਾਨ ਦਾ ਜਿਹੜਾ ਇਹ ਇਲਾਕਾ, ਉੱਥੇ ਰੈਪਿਡ ਸਪੋਰਟ ਫੋਰਸਿਸ ਵੱਲੋਂ ਕਬਜ਼ਾ ਕਰ ਲਿਆ ਗਿਆ ਔਰ ਫੌਜ ਦਾ ਉੱਥੇ ਕੋਈ ਹੁਣ ਦਖਲ ਨਹੀਂ ਰਹਿ ਗਿਆ, ਜਿਸ ਤੋਂ ਪਿੱਛੋਂ ਜਿਹੜੇ ਗੈਰ ਅਰਬੀ ਲੋਕ ਨੇ ਉਹਨਾਂ ਲਈ ਮੁਸੀਬਤਾਂ ਖੜੀਆਂ ਹੋ ਗਈਆਂ ਨੇ। ਤੀਜੀ ਖਬਰ ਆ ਰਹੀ ਹੈ ਬ੍ਰਾਜ਼ੀਲ ਤੋਂ, ਬੜੀ ਵੱਡੀ। ਉੱਥੇ ਪੁਲਿਸ ਕਾਰਵਾਈ ਦੌਰਾਨ 64 ਵਿਅਕਤੀ ਮਰੇ ਨੇ। ਮਰਨ ਵਾਲਿਆਂ ਵਿੱਚੋਂ 4 ਪੁਲਿਸੀਏ ਸਨ, ਬਾਕੀ 60 ਵਿਅਕਤੀ ਸਨ, ਆਮ ਜਿਹੜੇ ਲੋਕ ਕਹਿ ਲਓ ਜਾਂ ਗੈਂਗਸਟਰ ਕਹਿ ਲਓ। ਬ੍ਰਾਜ਼ੀਲ ਦੀ ਪੁਲਿਸ ਦਾ ਦਾਅਵਾ ਹੈ ਕਿ ਉੱਥੇ ਗੈਂਗਸਟਰ ਬਹੁਤ ਦੇਰ ਤੋਂ ਸਰਗਰਮ ਨੇ। ਉਹਨਾਂ ਦੇ ਲੰਬੇ ਕਸਮ ਦੀ ਖਾਤਰ ਉਹਨਾਂ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ ਰੀਓ ਡੇ ਜਨੇਰੋ ਇਲਾਕੇ ਵਿੱਚ। ਸਿੱਟੇ ਵਜੋਂ 64 ਮੌਤਾਂ ਹੋਈਆਂ ਨੇ। ਮਰਨ ਵਾਲਿਆਂ ਵਿੱਚ 4 ਪੁਲਿਸੀਏ ਸਨ, ਬਾਕੀ 60 ਵਿਅਕਤੀ ਜਿਹੜੇ ਸਨ ਉਹਨਾਂ ਦੇ ਕਹਿਣ ਮੁਤਾਬਕ ਇਹ ਡਰੱਗ ਦਾ ਧੰਦਾ ਕਰਨ ਵਾਲੇ ਲੋਕਾਂ ਨਾਲ ਕੰਮ ਕਰਦੇ ਸੀਗੇ ਜਾਂ ਉਹਨਾਂ ਗੈਂਗਸ ਵਿੱਚ ਸ਼ਾਮਲ ਸੀ ਔਰ ਬੜੀ ਵੱਡੀ ਪੁਲਿਸ ਦੀ ਨਫਰੀ ਅਤੇ ਫੌਜ ਨੂੰ ਇਸਤੇਮਾਲ ਕੀਤਾ ਗਿਆ। ਸੰਯੁਕਤ ਰਾਸ਼ਟਰ ਨੇ ਚਿੰਤਾ ਜਤਾਈ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਕਿ ਪੂਰਾ ਮਾਮਲਾ ਕਾਫੀ ਸ਼ੱਕੀ ਹੈ। ਵੱਡੇ ਪੱਧਰ 'ਤੇ ਪੁਲਿਸ ਹਿੰਸਾ ਇਸਤੇਮਾਲ ਕੀਤੀ ਗਈ ਹੈ। ਸੋ ਜਿਹੜਾ ਸਰਕਾਰੀ ਦਹਿਸ਼ਤਵਾਦ ਹੋਇਆ ਇੱਥੇ, ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਨੇ ਸਾਫ਼ ਕਹਿ ਦਿੱਤਾ। ਸੋ ਬ੍ਰਾਜ਼ੀਲ ਨੂੰ ਕਿਹਾ ਗਿਆ ਕਿ ਜਾਂਚ ਕਰਾਓ, ਸੱਚਾਈ ਲੋਕਾਂ ਦੇ ਸਾਹਮਣੇ ਆਵੇ ਕਿ ਕੀ ਸੱਚਮੁੱਚ ਹੀ ਇਹ ਗੈਂਗਸਟਰ ਸੀਗੇ ਜਾਂ ਪੁਲਿਸ ਨੇ ਵਾਧੂ ਤਾਕਤ ਇਸਤੇਮਾਲ ਕੀਤੀ ਹੈ। ਕਿਉਂ ਇੰਨੀਆਂ ਮੌਤਾਂ ਹੋਈਆਂ? ਕੀ ਇਹ ਮੌਤਾਂ ਟਲ ਸਕਦੀਆਂ ਸੀ, ਨਹੀਂ ਸੀ ਟਲ ਸਕਦੀਆਂ? ਇਹਨਾਂ ਸਵਾਲਾਂ ਦੇ ਜਵਾਬ ਲੱਭਣ ਲਈ ਇਨਕੁਆਇਰੀ ਦੀ ਮੰਗ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਜੀ। ਅਗਲੀ ਜਿਹੜੀ ਵੱਡੀ ਖਬਰ ਆ ਰਹੀ ਹੈ ਜਮੈਕਾ ਤੋਂ, ਜਿੱਥੇ ਤੁਹਾਨੂੰ ਦੱਸਿਆ ਗਿਆ ਸੀ ਕਿ ਉੱਥੇ ਇੱਕ ਵੱਡਾ ਤੂਫਾਨ ਦਸਤਕ ਦੇ ਰਿਹਾ। ਸੋ ਉਸ ਤੂਫਾਨ ਦਾ ਖਤਰਾ ਕਾਫੀ ਫੈਲ ਗਿਆ। ਉਸਨੇ ਕਿਊਬਾ ਨੂੰ ਅਤੇ ਹੇਤੀ ਨੂੰ ਵੀ ਆਪਣੀ ਚਪੇਟ 'ਚ ਲੈ ਲਿਆ। ਸਿੱਟੇ ਵਜੋਂ ਇਕੱਲੇ ਹੇਤੀ 'ਚ 20 ਮੌਤਾਂ ਹੋ ਚੁੱਕੀਆਂ ਨੇ। ਸੋ ਜਮੈਕਾ ਵਿੱਚ ਆਈ ਕਰੋਪੀ ਵੀ ਇਸ ਸਮੇਂ ਪੂਰੇ ਸੰਸਾਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਔਰ ਉੱਥੇ ਇਮਦਾਦ ਭੇਜਣ ਲਈ ਕੋਸ਼ਿਸ਼ਾਂ ਹੋ ਰਹੀਆਂ ਨੇ ਅੰਤਰਰਾਸ਼ਟਰੀ ਪੱਧਰ 'ਤੇ। ਸੋ ਜਮੈਕਾ ਤੋਂ ਇਲਾਵਾ ਹੁਣ ਹੇਤੀ ਅਤੇ ਕਿਊਬਾ ਵੀ ਇਸ ਸਾਲ ਦੇ ਬੜੇ ਵੱਡੇ ਤੂਫਾਨ ਦੇ ਘੇਰੇ ਵਿੱਚ ਆ ਗਏ ਨੇ। ਸੋ ਕਾਫੀ ਵੱਡੀ ਤਬਾਹੀ ਉੱਥੇ ਹੋ ਸਕਦੀ ਹੈ ਔਰ ਜਾਨੀ ਮਾਲੀ ਨੁਕਸਾਨ ਵੱਡੇ ਪੱਧਰ 'ਤੇ ਹੋ ਸਕਦਾ। ਇਸ ਗੱਲ ਦਾ ਅਨੁਮਾਨ ਲਾਇਆ ਜਾ ਰਿਹਾ। ਅਗਲੀ ਦਿਲਚਸਪ ਖਬਰ ਕੈਨੇਡਾ ਦੇ ਵਿੱਚ ਜਿਹੜੇ ਅਮਰੀਕਾ ਦੇ ਰਾਜਦੂਤ ਨੇ ਉਹ ਬੜੇ ਲੋਹੇ ਲਾਖੇ ਹੋਏ ਨੇ। ਹੋਇਆ ਇਸ ਤਰ੍ਹਾਂ ਕਿ ਸੋਮਵਾਰ ਨੂੰ ਆਟਵਾ ਦੇ ਵਿੱਚ ਦੋਨਾਂ ਦੇਸ਼ਾਂ ਦੇ ਜਿਹੜੇ ਤਜਾਰਤੀ ਲੋਕ ਨੇ ਉਹਨਾਂ ਵੱਲੋਂ ਇੱਕ ਕੌਂਸਲ ਦੀ ਮੀਟਿੰਗ ਕੀਤੀ ਗਈ, ਜਿੱਥੇ ਕਿ ਜੋ ਇਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਰਿਫ ਲਾਏ ਨੇ ਕੈਨੇਡਾ ਦੇ ਉੱਪਰ, ਉਸ ਦਾ ਕੋਈ ਹੱਲ ਕੱਢਣ ਦੀ ਗੱਲਾਂ ਹੋਣੀਆਂ ਸੀਗੀਆਂ, ਪਰ ਉੱਥੇ ਕਲੇਸ਼ ਪੈ ਗਿਆ। ਜਿਹੜੇ ਕੈਨੇਡਾ ਵਿੱਚ ਦੇ ਅਮਰੀਕੀ ਰਾਜਦੂਤ ਨੇ ਪੀਟ ਹੋਇਕਸਟਰਾ, ਉਹ ਬੜੇ ਲੋਹੇ ਲਾਖੇ ਹੋਏ, ਲਾਲ ਪੀਲੇ ਹੋਏ। ਉਹਨਾਂ ਨੇ ਐਫ ਵਰਡ ਵੀ ਇਸਤੇਮਾਲ ਕਰ ਦਿੱਤਾ, ਯਾਨੀ ਗਾਲੀ ਗਲੋਚ 'ਤੇ ਉਤਰ ਆਏ। ਉਹ ਟੈਲੀ ਦੇ ਮੁੱਖ ਮੰਤਰੀ ਦਾ ਨਾਂ ਲੈ ਕੇ ਉਹਨਾਂ ਨੂੰ ਕੋਸਦੇ ਰਹੇ ਕਿ ਤੁਸੀਂ ਜਿਹੜੀ ਐਡ ਬਣਾਈ, ਇਸ਼ਤਿਹਾਰ ਬਣਾਇਆ ਜਿਸ ਵਿੱਚ ਦਾਅਵਾ ਕੀਤਾ ਕਿ ਅਮਰੀਕਾ ਦੇ ਕਿਸੇ ਵੇਲੇ ਜਿਹੜੇ ਰਾਸ਼ਟਰਪਤੀ ਹੁੰਦੇ ਸੀ ਰੋਨਾਲਡ ਰੀਗਨ, ਉਹ ਵੀ ਟੈਰਿਫ ਦੇ ਖਿਲਾਫ ਸੀਗੇ। ਇਸ ਇਸ਼ਤਿਹਾਰਬਾਜ਼ੀ ਦੇ ਕਰਕੇ ਟਰੰਪ ਖਿੱਝ ਗਏ। ਉਹਨਾਂ ਨੇ ਨਾ ਸਿਰਫ ਕੈਨੇਡਾ 'ਤੇ
ਹੋਰ ਟੈਰਿਫ ਲਾ ਦਿੱਤੇ, ਸਗੋਂ ਕੈਨੇਡਾ ਨਾਲ ਗੱਲਬਾਤ ਵੀ ਤੋੜ ਲਈ। ਸੋ ਹੁਣ ਓਨਟਾਰੀਓ ਸਰਕਾਰ ਤਾਂ ਐਡ ਵਾਪਸ ਲੈਣ ਲਈ ਤਿਆਰ ਹੋ ਗਈ ਹੈ, ਪਰ BC ਦੇ ਮੁੱਖ ਮੰਤਰੀ ਡੇਵਿਡ ਵੀ ਕਹਿ ਰਹੇ ਨੇ ਕਿ ਅਸੀਂ ਵੀ ਇਹੋ ਜਿਹੀ ਐਡ ਕੱਢਾਂਗੇ, ਜਿਸ ਨਾਲ ਕਈ ਲੋਕ ਕਹਿ ਰਹੇ ਨੇ ਕਿ ਇਸ ਨਾਲ ਸਮੱਸਿਆ ਹੋਰ ਵਧੇਗੀ, ਨਾ ਕਿ ਮਸਲਾ ਕੋਈ ਹੱਲ ਹੈ। ਉਹਨਾਂ ਦਾ ਕਹਿਣਾ ਕਿ ਮਸਲੇ ਦਾ ਹੱਲ ਜੇ ਕੱਢਣਾ ਤਾਂ ਤੁਹਾਨੂੰ ਸੰਜਮ ਨਾਲ ਕੰਮ ਲੈਣਾ ਪਊਗਾ। ਬਥੇਰੀ ਹੋ ਗਈ ਇਸ਼ਤਿਹਾਰਬਾਜ਼ੀ, ਜਿਸ ਦੇ ਨਾਲ ਡੋਨਲਡ ਟਰੰਪ ਖਿੱਚਦੇ ਨੇ, ਬਾਰ-ਬਾਰ ਇਹ ਗੱਲ ਜਿਹੜੀ ਹੈ ਨਾ ਕੀਤੀ ਜਾਵੇ। ਸੋ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਸਮੇਂ ਓਨਟਾਰੀਓ ਵਿੱਚ, ਤੇ ਹੁਣ BC ਵਿੱਚ ਵੀ ਇਹ ਹਾਲਾਤ ਬਣਦੇ ਨਜ਼ਰ ਆ ਰਹੇ। ਅਗਲੀ ਵੱਡੀ ਖਬਰ ਕਿ ਦਰਸ਼ਨ ਸਿੰਘ ਸਾਸੀ ਜਿਹੜੇ ਐਬਟਸਫੋਰਡ ਸਥਿਤ ਇੱਕ ਉੱਘੇ ਪੰਜਾਬੀ ਬਿਜ਼ਨਸਮੈਨ ਸੀ, ਜਿਨ੍ਹਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਉਸ ਸੰਬੰਧ ਵਿੱਚ ਬਕਾਇਦਾ ਜਿਹੜਾ IHIT ਮਹਿਕਮਾ ਹੈ, ਕਤਲਾਂ ਦੇ ਮਾਮਲੇ ਦੀ ਜਾਂਚ ਕਰਨ ਵਾਲਾ ਇੱਕ ਖਾਸ ਦਸਤਾ, ਉਸ ਵੱਲੋਂ ਦਰਸ਼ਨ ਸਿੰਘ ਸਾਸੀ ਦੀ ਸ਼ਨਾਖਤ ਰਸਮੀ ਤੌਰ 'ਤੇ ਕਰ ਦਿੱਤੀ ਗਈ, ਤਸਵੀਰ ਵੀ ਜਾਰੀ ਕਰ ਦਿੱਤੀ ਗਈ ਉਹਨਾਂ ਵੱਲੋਂ। ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਅਜੇ ਤੱਕ ਸਾਡੇ ਕੋਲ ਇਸ ਗੱਲ ਦੇ ਕੋਈ ਪੁਖਤਾ ਸਬੂਤ ਨਹੀਂ ਕਿ ਐਕਸਟੋਰਸ਼ਨ ਦਾ ਮਾਮਲਾ ਸੀ। ਪਰਿਵਾਰ ਵੀ ਕਹਿ ਰਿਹਾ ਕਿ ਸਾਡੇ ਪਿਓ ਨੂੰ ਬਦਨਾਮ ਨਾ ਕਰੋ, ਜਦੋਂ ਤੱਕ ਸਾਰੀ ਗੱਲ ਸਾਹਮਣੇ ਨਹੀਂ ਆਈ, ਸੱਚਾਈ ਸਾਡੇ ਸਾਹਮਣੇ ਨਹੀਂ ਆਈ, ਕਿਸ ਬੇਸਿਸ 'ਤੇ ਕਿਹਾ ਜਾ ਰਿਹਾ ਕਿ ਐਕਸਟੋਰਸ਼ਨ ਦਾ ਮਾਮਲਾ ਸੀ। ਨਾਲ ਦੀ ਨਾਲ ਗੁਰਪ੍ਰੀਤ ਸਿੰਘ ਸੋਤਾ ਜਿਹੜੇ ਚੜ੍ਹਦੀ ਕਲਾ ਅਖਬਾਰ ਦੇ ਐਡੀਟਰ ਨੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦਰਸ਼ਨ ਸਿੰਘ ਸਾਸੀ ਦੀ ਸ਼ਨਾਖਤ ਕੀਤੀ ਸੀ ਮੀਡੀਆ ਦੇ ਵਿੱਚ, ਉਹਨਾਂ ਨੇ ਸੋਸ਼ਲ ਮੀਡੀਆ 'ਤੇ ਇਹ ਵੀ ਦੱਸਿਆ ਕਿ ਕਿਸ ਤਰੀਕੇ ਨਾਲ ਲਾਰੈਂਸ ਬਿਸ਼ਨੋਈ ਦੇ ਇੱਕ ਗੈਂਗ ਨਾਲ ਜੁੜੇ ਵਿਅਕਤੀ ਵੱਲੋਂ ਜ਼ਿੰਮੇਵਾਰੀ ਚੁੱਕੀ ਗਈ ਕਿ ਸਾਸੀ ਦੇ ਕਤਲ ਵਿੱਚ ਅਸੀਂ ਸ਼ਾਮਲ ਹਾਂ। ਹਾਲਾਂਕਿ ਗੁਰਪ੍ਰੀਤ ਸਿੰਘ ਸੋਤਾ ਨੇ ਬਹੁਤ ਸਪਸ਼ਟ ਕੀਤਾ ਸੋਸ਼ਲ ਮੀਡੀਆ ਦੀ ਪੋਸਟ ਦੇ ਵਿੱਚ ਕਿ ਇਸ ਦੀ ਪ੍ਰਮਾਣਿਕਤਾ ਨਹੀਂ ਹੈ, ਇਸ ਪੋਸਟ ਦੀ ਕੋਈ ਪ੍ਰਮਾਣਿਕਤਾ ਨਹੀਂ ਹੈ, ਕੋਈ ਇਸ ਨੂੰ ਕਨਫਰਮ ਕਰਨ ਵਾਲਾ ਨਹੀਂਗਾ ਜਿਸ ਦੇ ਬੇਸ 'ਤੇ ਆਪਾਂ ਕਹਿ ਸਕੀਏ ਕਿ ਸੱਚਮੁੱਚ ਇੱਕ ਆਥੈਂਟਿਕ ਕੋਈ ਇਹ ਪੋਸਟ ਹੈ ਜਾਂ ਜ਼ਿੰਮੇਵਾਰੀ ਆਥੈਂਟਿਕ ਢੰਗ ਨਾਲ ਲਈ ਗਈ। ਪਰ ਨਾ ਇਸਤੇਮਾਲ ਕੀਤਾ ਗਿਆ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ। ਆਖਿਰ ਜੀ ਦਰਸ਼ਨ ਸਾਸੀ ਦੇ ਕਤਲ ਪਿੱਛੇ ਸਾਡਾ ਹੱਥ ਸੀ। ਉਹਨਾਂ ਦਾ ਪਰਿਵਾਰ ਦਾ ਕਹਿਣਾ ਕਿ ਐਕਸਟੋਰਸ਼ਨ ਨਾਲ ਸਾਡੇ ਪਿਤਾ ਜੀ ਨੂੰ ਨਾ ਜੋੜਿਆ ਜਾਵੇ। ਨਾਲ ਦੀ ਨਾਲ ਇਹ ਵੀ ਇੱਕ ਭਾਰਤੀ ਮੀਡੀਆ ਦੀ ਵੱਡੀਆਂ ਖਬਰਾਂ ਲੱਗੀਆਂ ਨੇ ਕਿ ਕਿਵੇਂ ਚੰਨੀ ਨੱਤਾ ਨਾਂ ਦਾ ਇੱਕ ਸਿੰਗਰ ਹੈ, ਦੱਸਿਆ ਜਾ ਰਿਹਾ ਕਿ ਸਰੀ ਵਿੱਚ ਉਸਦੇ ਘਰ 'ਤੇ ਵੀ ਹਮਲਾ ਹੋਇਆ। ਸੋ ਉਹ ਵੀ ਫਿਰੌਤੀ ਦਾ ਮਾਮਲਾ ਹੋ ਸਕਦਾ ਹੈ। ਲਾਰੈਂਸ ਬਿਸ਼ਨੋਈ ਦੇ ਸਮਰਥਕ ਉਸ ਮਾਮਲੇ ਵਿੱਚ ਵੀ ਸੋਸ਼ਲ ਮੀਡੀਆ ਜ਼ਿੰਮੇਵਾਰੀ ਲੈ ਰਹੇ ਨੇ। ਅਗੇਨ ਗੱਲ ਘੁੰਮ ਫਿਰ ਕੇ ਉੱਥੇ ਆ ਗਈ ਕਿ ਲਾਰੈਂਸ ਬਿਸ਼ਨੋਈ ਦੇ ਨਾਂ ਦੇ ਉੱਤੇ ਜਿਹੜੀਆਂ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ, ਕੀ ਸੱਚਮੁੱਚ ਇਹ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੇ ਹੋਏ ਲੋਕਾਂ ਵੱਲੋਂ ਲਈਆਂ ਜਾ ਰਹੀਆਂ ਨੇ, ਜਾਂ ਉਹਨਾਂ ਦਾ ਨਾਮ ਵਰਤਿਆ ਜਾ ਰਿਹਾ, ਜਾਂ ਇਹ ਜਾਲੀ ਕਿਸਮ ਦੀਆਂ ਆਈਡੀਆਂ ਤੋਂ ਜ਼ਿੰਮੇਵਾਰੀਆਂ ਚੁੱਕੀਆਂ ਜਾ ਰਹੀਆਂ। ਸੋ ਅਜੇ ਬਹੁਤ ਕੁਝ ਵੇਖਣਾ ਬਾਕੀ ਹੈ, ਸਾਰਾ ਕੁਝ ਜਿਹੜਾ ਹੈ ਸਪਸ਼ਟ ਨਹੀਂ ਅਜੇ ਹੋਇਆ। ਸੋ ਇਸ ਨੂੰ ਸਾਰਿਆਂ ਨੂੰ ਪਿੰਚ ਆਫ ਸਾਲਟ ਵਜੋਂ ਲਿਆ ਜਾਵੇ। ਅਗਲੀ ਜਿਹੜੀ ਖਬਰ ਉਹ ਇਹ ਹੈ ਕਿ ਦਿਲਜੀਤ ਦੋਸਾਂਝ ਇਸ ਸਮੇਂ ਚਰਚਾ ਵਿੱਚ ਨੇ। ਉਹ ਚੰਗੇ ਕਾਰਨਾਂ ਕਰਕੇ ਨਹੀਂ, ਉਹਨਾਂ ਲਈ ਸਿਰਦਰਦੀਆਂ ਵੱਧ ਗਈਆਂ ਨੇ। ਹੋਇਆ ਇਸ ਤਰ੍ਹਾਂ ਕਿ 31 ਅਕਤੂਬਰ ਨੂੰ ਕੌਣ ਬਣੇਗਾ ਕਰੋੜਪਤੀ ਦਾ ਟੜਾ ਸ਼ੋਅ ਅਮਿਤਾਭ ਬੱਚਨ ਰਨ ਕਰਦੇ ਨੇ, ਉਸ ਦੇ ਵਿੱਚੋਂ ਜਾ ਰਹੇ ਨੇ, ਜਿਸ ਵਿੱਚ ਉਹਨਾਂ ਨੂੰ ਸੱਦਿਆ ਗਿਆ। ਔਰ ਕੁਝ ਟ੍ਰੇਲਰ ਵੀ ਸਾਹਮਣੇ ਆ ਰਹੇ ਨੇ ਜਿਸ ਤੋਂ ਪ੍ਰਤੀਤ ਹੋ ਰਿਹਾ ਕਿ ਪੰਜਾਬ ਵਿੱਚ ਜਿਹੜੇ ਹੜ੍ਹ ਆਏ ਸੀਗੇ, ਉੱਥੇ ਹੜ੍ਹ ਪੀੜਤਾਂ ਦੀ ਮਦਦ ਲਈ ਪੈਸੇ ਇਕੱਠੇ ਕਰਨ ਦੀ ਵੀ ਗੱਲ ਹੋਵੇਗੀ। ਪਰ ਖੈਰ ਦਿਲਜੀਤ ਦੋਸਾਂਝ ਉੱਥੇ ਉਸ ਸ਼ੋਅ 'ਚ ਪੇਸ਼ ਹੋਣਗੇ। ਅਮਿਤਾਭ ਬੱਚਨ ਦੇ ਕੌਣ ਬਣੇਗਾ ਕਰੋੜਪਤੀ ਬਹੁਤ ਚਰਚਿਤ ਸ਼ੋਅ ਹੈ, ਲੋਕ ਬੜੇ ਨੱਠ ਕੇ ਵੇਖਦੇ ਹੁੰਦੇ ਨੇ। ਸੋ ਸ਼ੁੱਕਰਵਾਰ ਨੂੰ 31 ਅਕਤੂਬਰ ਨੂੰ ਸ਼ਾਮ ਨੂੰ ਇਹ ਸ਼ੋਅ ਦਰਸਾਇਆ ਜਾਣਾ, ਜਿਸ ਵਿੱਚ ਉਹਨਾਂ ਨੇ ਆਪਣੀ ਹਾਜ਼ਰੀ ਲਵਾਉਣੀ। ਹੁਣ ਹੋਇਆ ਕਿ ਪ੍ਰੋਮੋ ਬਾਹਰ ਆ ਗਈ ਹੈ। ਪ੍ਰੋਮੋ ਦੇ ਵਿੱਚ 31 ਅਕਤੂਬਰ ਦੀ ਡੇਟ ਵੀ ਅੰਕਿਤ ਹੈ। ਇਹ ਵੀ ਵੇਖਿਆ ਜਾ ਸਕਦਾ ਕਿ ਦਿਲਜੀਤ ਦੋਸਾਂਝ ਅਮਿਤਾਭ ਬੱਚਨ ਦੇ ਪੈਰੀ ਹੱਥ ਲਾ ਰਹੇ ਨੇ ਚੁੱਕ ਕੇ। ਇਸ ਤੋਂ ਲੈ ਕੇ ਸਿੱਖ ਹਲਕਿਆਂ ਵਿੱਚ ਕਾਫੀ ਜ਼ਿਆਦਾ ਤਿੱਖਾ ਪ੍ਰਤੀਕਰਮ ਵੇਖਣ ਨੂੰ ਮਿਲਿਆ। ਖਾਸ ਤੌਰ 'ਤੇ ਸਿੱਖਸ ਫॉर ਜਸਟਿਸ ਜਿਹੜੀ ਖਾਲਿਸਤਾਨ ਪੱਖੀ ਜਥੇਬੰਦੀ, ਉਸਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦਾ ਨੋਟਿਸ ਲੈ ਕੇ ਅਕਾਲ ਤਖਤ ਨੂੰ ਕਿਹਾ ਕਿ ਦਿਲਜੀਤ ਦੋਸਾਂਝ ਨੂੰ ਸਮਨ ਕਰਕੇ ਜਵਾਬ ਤਲਬੀ ਕੀਤੀ ਜਾਵੇ। ਇੱਥੋਂ ਤੱਕ ਕਿ ਗੁਰਪ੍ਰੀਤ ਸਿੰਘ ਪੰਨੂ ਜਿਹੜੇ ਸਿੱਖਸ ਫॉर ਜਸਟਿਸ ਦੇ ਆਗੂ ਨੇ, ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਦਿਲਜੀਤ ਦੋਸਾਂਝ ਨੇ ਉਸ ਵਿਅਕਤੀ ਦੇ ਅੱਗੇ ਜਾ ਕੇ ਗੋਡੇ ਟੇਕੇ ਨੇ ਜਿਸ ਦੀ 1984 ਦੇ ਸਿੱਖ ਵਿਰੋਧੀ ਕਤਲੇਆਮ ਵਿੱਚ ਜਾਂ ਨਸਲਕੁਸ਼ੀ ਵਿੱਚ ਭੂਮਿਕਾ ਸੀ। ਹੁਣ ਅਮਿਤਾਭ ਬੱਚਨ ਉਸ ਦੌਰ ਵਿੱਚ MP ਚੁਣੇ ਗਏ ਸੀ, ਰਾਜੀਵ ਗਾਂਧੀ ਦੇ ਕਾਫੀ ਕਲੋਜ਼ ਹੁੰਦੇ ਸਨ। ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਇੰਦਰਾ ਗਾਂਧੀ ਦੀ ਜਦੋਂ ਮ੍ਰਿਤਕ ਦੇਹ ਪਈ ਹੋਈ ਸੀ, ਤਾਂ ਜਿਹੜੇ ਕਾਂਗਰਸੀ ਸਮਰਥਕ ਆ ਕੇ ਖੂਨ ਕਾ ਬਦਲਾ ਖੂਨ ਦੇ ਨਾਅਰੇ ਲਾਉਂਦੇ ਰਹੇ ਉਹਨਾਂ ਦੀ ਹਾਜ਼ਰੀ ਦੇ ਵਿੱਚ। ਅਮਿਤਾਭ ਬੱਚਨ ਨੇ ਕੋਈ ਵਿਰੋਧ ਨਹੀਂ ਕੀਤਾ, ਉਲਟਾ ਕਾਂਗਰਸ ਟਿਕਟ 'ਤੇ ਜਿੱਤੇ, ਚੋਣ ਜਿੱਤ ਕੇ MP ਵੀ ਬਣੇ, ਪਰ ਕਦੇ ਉਹਨੇ ਨੱਠ ਕੇ ਇਸ ਮੁੱਦੇ 'ਤੇ ਗੱਲ ਨਹੀਂ ਕੀਤੀ। ਹਾਲਾਂਕਿ ਕਹਿਣ ਨੂੰ ਉਹਨਾਂ ਦੇ ਮਾਤਾ ਜੀ ਸਿੱਖ ਨੇ। ਸੋ ਅਮਿਤਾਭ ਬੱਚਨ ਦੀ ਇਹ ਖਾਮੋਸ਼ੀ ਰਹੀ ਹੈ ਲੰਮਾ ਸਮਾਂ। ਪਰ ਕੁਝ ਜਿਹੜੇ ਚਸ਼ਮਦੀਦ ਗਵਾਹ ਇਹ ਦਾਅਵਾ ਕਰਦੇ ਨੇ ਕਿ ਉਹਨਾਂ ਨੇ TV ਦੇ ਉੱਤੇ ਅਮਿਤਾਭ ਬੱਚਨ ਨੂੰ ਖੁਦ ਨਾਅਰੇ ਲਾਉਂਦੇ ਸੁਣਿਆ ਤੇ ਵੇਖਿਆ ਸੀ। ਹਾਲਾਂਕਿ ਉਸ ਮੌਕੇ 'ਤੇ ਮੈਨੂੰ ਵੀ ਯਾਦ ਹੈ TV 'ਤੇ ਨਾਅਰੇ ਲੱਗਦੇ ਹੁੰਦੇ ਸੀ, ਇਹ ਵੀ ਵੇਖਿਆ ਸੀ ਜਿਸ ਦੌਰਾਨ ਨਾਅਰੇ ਲੱਗਦੇ ਸੀ ਅਮਿਤਾਭ ਬੱਚਨ ਉੱਥੇ ਹਾਜ਼ਰ ਸੀ। ਪਰ ਮੈਨੂੰ ਨਹੀਂ ਯਾਦ, ਟੂ ਬੀ ਓਨੈਸਟ, ਕਿ ਅਮਿਤਾਭ ਬੱਚਨ ਨੇ ਖੁਦ ਨਾਅਰਾ ਲਾਇਆ ਹੋਵੇ। ਮੈਂ ਉਸ ਨੂੰ ਬਰੀ ਕਰਨ ਲਈ ਨਹੀਂ ਕਹਿ ਰਿਹਾ, ਹੋ ਸਕਦਾ ਕਿ ਇਹਨਾਂ ਗਵਾਹਾਂ ਦੀ ਗੱਲ 'ਚ ਸੱਚਾਈ ਹੋਵੇ। ਉਹ ਰਿਕਾਰਡਿੰਗ ਅੱਜ ਵੀ ਜਨਤਕ ਤੌਰ 'ਤੇ ਨਸ਼ਰ ਕੀਤੀ ਜਾਣੀ ਚਾਹੀਦੀ ਹੈ। ਪਰ ਖੈਰ ਜੋ ਵੀ ਹੋਵੇ, ਅਮਿਤਾਭ ਬੱਚਨ ਦੇ ਆਗੇ ਜਾ ਕੇ ਦਿਲਜੀਤ ਦੋਸਾਂਝ ਨੇ ਗੋਡੇ ਟੇਕੇ ਨੇ। ਸਿੱਖ ਹਲਕਿਆਂ 'ਚ ਬੜਾ ਬੁਰਾ ਬਣਾਇਆ ਗਿਆ ਇਸ ਗੱਲ ਦਾ। ਔਰ ਦਿਨ ਵੀ ਕਿਹੜਾ ਚੁਣਿਆ ਗਿਆ ਪ੍ਰੋਗਰਾਮ ਦੇ ਲਈ, 31 ਅਕਤੂਬਰ, ਜਿਸ ਦਿਨ ਬੀਬੀ ਇੰਦਰਾ ਗਾਂਧੀ ਦਾ ਕਤਲ ਹੋਇਆ, ਜਿਸ ਤੋਂ ਪਿੱਛੋਂ ਸਿੱਖ ਵਿਰੋਧੀ ਕਤਲੇਆਮ ਸ਼ੁਰੂ ਹੋਏ। ਉਸ ਦਿਨ ਉਸ ਸ਼ਾਮ ਨੂੰ ਇਹ ਸ਼ੋਅ ਪ੍ਰਸਾਰਿਤ ਹੋਣਾ।
ਸੋ ਇੱਕ ਤਰੀਕੇ ਨਾਲ ਉਹਨਾਂ ਲੋਕਾਂ ਦਾ ਕਹਿਣਾ ਕਿ ਜਿਹੜੇ ਪੀੜਤ ਨੇ ਕਿ ਸਾਡੇ ਜ਼ਖਮਾਂ 'ਤੇ ਲੂਣ ਛਿੜਕਿਆ ਜਾ ਰਿਹਾ। ਸੋ ਉਹਨਾਂ ਨੇ ਇਸ ਗੱਲ ਦਾ ਬੁਰਾ ਮਨਾਇਆ। ਸੋ ਬਕਾਇਦਾ ਅਕਾਲ ਤਖ਼ਤ ਨੂੰ ਕਿਹਾ ਕਿ ਤਲਬ ਕਰਕੇ ਦਿਲਜੀਤ ਦੋਸਾਂਝ ਤੋਂ ਜਵਾਬ ਤਲਬੀ ਕੀਤੀ ਜਾਵੇ। ਹਾਲਾਂਕਿ ਦਿਲਜੀਤ ਦੋਸਾਂਝ ਨੇ 84 ਦੇ ਦੁਖਾਂਤ ਆਧਾਰਿਤ ਇੱਕ ਫਿਲਮ ਵਿੱਚ ਰੋਲ ਵੀ ਅਦਾ ਕੀਤਾ। 84 ਦੇ ਦੁਖਾਂਤ ਬਾਰੇ ਡਟ ਕੇ ਬੋਲਦੇ ਵੀ ਆਏ ਨੇ। ਇੱਕ ਵਾਰ ਅਮਿਤਾਭ ਬੱਚਨ ਦੀ ਹਾਜ਼ਰੀ 'ਚ ਵੀ ਬੋਲੇ ਸੀ, ਪਰ ਹੁਣ ਜਾ ਕੇ ਜਦੋਂ ਵੇਖਦੇ ਹਾਂ ਕਿ ਉਹਨਾਂ ਨੇ ਮੱਥਾ ਹੀ ਟੇਕ ਦਿੱਤਾ ਉਹਨਾਂ ਦੇ ਅੱਗੇ ਜਾ ਕੇ, ਪੈਰੀ ਹੱਥ ਲਾ ਲਏ, ਤਾਂ ਉਸ ਨਾਲ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ। ਖੈਰ, ਇਸ ਨਾਲ ਜੁੜੀ ਹੋਈ ਇੱਕ ਹੋਰ ਵੀ ਖਬਰ ਚਰਚਾ ਮੰਗਦੀ, ਜਿਸ ਦੇ ਬਾਰੇ ਮੈਂ ਕੱਲ੍ਹ ਇਸ਼ਾਰਾ ਵੀ ਕੀਤਾ ਸੀਗਾ ਕਿ ਜਸਵੰਤ ਸਿੰਘ ਖਾਲੜਾ ਬਾਰੇ ਇੱਕ ਫਿਲਮ ਤਿਆਰ ਹੋ ਚੁੱਕੀ ਹੈ, ਪੰਜਾਬ 95 ਹਨੀ ਤ੍ਰੇਹਨ ਨੇ ਬਣਾਈ ਹੈ। ਅਜੇ ਤੱਕ ਰਿਲੀਜ਼ ਨਹੀਂ ਹੋਈ। ਭਾਰਤ ਸਰਕਾਰ ਰਿਲੀਜ਼ ਨਹੀਂ ਕਰ ਰਹੀ, ਰਿਲੀਜ਼ ਕਰਨ ਤੋਂ ਆਨਾਕਾਰੀ ਕਰ ਰਹੀ ਹੈ। ਦਿਲਜੀਤ ਦੋਸਾਂਝ ਨੇ ਉਸ ਵਿੱਚ ਖਾਲੜਾ ਸਾਹਿਬ ਦੀ ਭੂਮਿਕਾ ਅਦਾ ਕੀਤੀ ਹੈ। ਦੇਖਣ ਵਾਲੀ ਗੱਲ ਹੈ ਕਿ ਸੈਂਸਰ ਬੋਰਡ ਨੇ ਚਮਕੀਲਾ ਦੇ ਨਾਂ 'ਤੇ ਇੱਕ ਫਿਲਮ ਬਣੀ ਸੀ, ਜਿਸ ਵਿੱਚ ਅਮਰ ਸਿੰਘ ਚਮਕੀਲੇ ਦਾ ਰੋਲ ਵੀ ਦਿਲਜੀਤ ਦੋਸਾਂਝ ਨੇ ਅਦਾ ਕੀਤਾ। ਉਸ ਨੂੰ ਤਾਂ ਮਨਜ਼ੂਰੀ ਦੇ ਦਿੱਤੀ ਗਈ ਕਿਉਂਕਿ ਉਸ ਨੂੰ ਕਿਹਾ ਜਾਂਦਾ ਕਿ ਖਾੜਕੂਆਂ ਨੇ ਮਾਰਿਆ ਸੀਗਾ। ਉਹ ਖਾੜਕੂਆਂ ਦੇ ਖਾਤੇ ਕਤਲ ਪੈ ਗਿਆ, ਤਾਂ ਕਰਕੇ ਉਹ ਫਿਲਮ ਰਿਲੀਜ਼ ਹੋ ਗਈ। ਪਰ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਨੇ ਮਾਰਿਆ ਸੀਗਾ, ਇਸ ਕਰਕੇ ਫਿਲਮ ਰਿਲੀਜ਼ ਨਹੀਂ ਕੀਤੀ ਜਾ ਰਹੀ। ਉਲਟਾ ਸ਼ਰਤਾਂ ਲਾਈਆਂ ਜਾ ਰਹੀਆਂ ਨੇ ਕਿ ਇਸ ਵਿੱਚ ਕਟੌਤੀਆਂ ਕਰੋ, ਸੀਨ ਕੱਟੇ ਜਾਣ। ਦਿਲਚਸਪ ਗੱਲ ਇਹ ਜਿਹੜੀ ਤੁਹਾਨੂੰ ਦੱਸਣ ਲੱਗਾ ਮੈਂ ਕਿ ਜਿਹੜੀ RSS ਹੈ, ਉਸ ਦਾ ਇੱਕ ਸਿੱਖ ਵਿੰਗ ਹੈ, ਰਾਸ਼ਟਰੀ ਸਿੱਖ ਸੰਗਤ। ਉਸ ਦਾ ਇੱਕ ਮੈਗਜ਼ੀਨ ਨਿਕਲਦਾ ਸੰਗਤ ਸੰਸਾਰ। ਉਸ ਮੈਗਜ਼ੀਨ ਦੇ ਵਿੱਚ ਜਸਵੰਤ ਸਿੰਘ ਖਾਲੜਾ ਦੇ ਹੱਕ ਵਿੱਚ ਇੱਕ ਆਰਟੀਕਲ ਲਿਖਿਆ ਗਿਆ ਸੀ, ਜਿਸ ਨੂੰ ਮੈਂ ਪੜ੍ਹਿਆ ਵੀ ਹੈ। ਉਸ ਦੇ ਬਾਰੇ ਮੀਡੀਆ 'ਚ ਮੈਂ ਚਰਚਾ ਵੀ ਕੀਤੀ ਹੋਈ ਹੈ। ਉਸ ਆਰਟੀਕਲ ਵਿੱਚ ਜਸਵੰਤ ਸਿੰਘ ਖਾਲੜਾ ਦੀ ਕਾਫੀ ਪ੍ਰਸ਼ੰਸਾ ਵੀ ਕੀਤੀ ਗਈ। ਕਾਂਗਰਸ ਨੂੰ ਪੀ ਪਾਣੀ ਕੋਸਿਆ ਗਿਆ ਔਰ ਜੋ ਕੁਝ ਖਾਲੜਾ ਸਾਹਿਬ ਨਾਲ ਹੋਇਆ, ਉਸ ਦੀ ਤੁਲਨਾ ਮੁਗਲਾਂ ਵੇਲੇ ਜੋ ਸਿੱਖਾਂ ਨਾਲ ਹੁੰਦਾ ਸੀ, ਉਸ ਨਾਲ ਕੀਤੀ ਗਈ। ਸੋ ਇਹ ਗੱਲ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ ਇੱਕ ਪਾਸੇ RSS BJP ਦੀ ਸਰਕਾਰ ਹੈ, ਫਿਲਮ ਨੂੰ ਮਨਜ਼ੂਰੀ ਦਿੱਤੀ ਨਹੀਂ ਜਾ ਰਹੀ। ਦੂਜੇ ਪਾਸੇ RSS ਦਾ ਸਿੱਖ ਵਿੰਗ ਜਸਵੰਤ ਸਿੰਘ ਖਾਲੜਾ ਬਾਰੇ ਇਹ ਰਾਏ ਰੱਖਦਾ ਹੋਵੇ। ਸੋ ਉਹਨਾਂ ਦੇ ਦੋਗਲੇ ਚਿਹਰੇ ਤੁਸੀਂ ਵੇਖ ਸਕਦੇ ਹੋ। 84 ਦੇ ਕਤਲੇਆਮ ਵਿੱਚ ਵੀ ਇਹਨਾਂ ਦੀ ਇਹੋ ਜਿਹੀ ਭੂਮਿਕਾ ਸੀ। 84 ਦੇ ਕਤਲੇਆਮ ਤੋਂ ਪਿੱਛੋਂ ਭਾਜਪਾ ਦੇ ਸਿਰਫ 2 ਹੀ ਸਾਂਸਦ ਚੁਣੇ ਗਏ ਸੀਗੇ, ਬਾਕੀ ਕਿੱਥੇ ਚਲੇ ਗਏ? ਕਿਉਂਕਿ ਵੋਟਾਂ ਸਾਰੀਆਂ ਕਾਂਗਰਸ ਨੂੰ ਸ਼ਿਫਟ ਹੋ ਗਈਆਂ। ਇਨ ਅਦਰ ਵਰਡਸ, RSS ਦੀ ਸਿੰਪਥੀ ਸੀ ਜੋ ਕੁਝ ਵੀ 84 'ਚ ਸਿੱਖਾਂ ਨਾਲ ਹੋਇਆ ਜਾਂ ਕੀਤਾ ਗਿਆ ਉਸ ਨਾਲ। ਇੱਥੋਂ ਤੱਕ ਕਿ RSS ਦੇ ਆਗੂ ਨਾਨਕ ਦੇਸ਼ਮੁਖ ਨੇ ਵੀ ਜਸਟੀਫਾਈ ਕੀਤਾ ਸੀ 84 ਦੇ ਕਤਲੇਆਮ ਨੂੰ। ਸੋ ਮੈਂ ਤੁਹਾਨੂੰ ਤਾਂ ਗੱਲਾਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਜਦੋਂ ਦਿਲਜੀਤ ਦੋਸਾਂਝ ਦੀ ਇਹ ਫਿਲਮ ਰਿਲੀਜ਼ ਨਹੀਂ ਹੋਈ ਤਾਂ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਕਿ RSS ਦਾ ਜਾਂ BJP ਦਾ ਅਸਲ ਨਿਸ਼ਾਨਾ ਹੈ ਕੀ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਸਿੱਖ ਸਾਡਾ ਅੰਗ ਨੇ, ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਕਾਂਗਰਸ ਨੇ ਤੁਹਾਨੂੰ ਲੁੱਟਿਆ ਵੀ, ਤੁਹਾਨੂੰ ਕੁੱਟਿਆ ਵੀ, ਦੂਜੇ ਪਾਸੇ ਤੁਸੀਂ ਉਸ ਫਿਲਮ ਨੂੰ ਰਿਲੀਜ਼ ਕਰਨ ਨੂੰ ਤਿਆਰ ਨਹੀਂ। ਹਾਲਾਂਕਿ ਦਿਲਜੀਤ ਦੋਸਾਂਝ ਇਸ ਸਾਲ ਦੇ ਸ਼ੁਰੂ ਵਿੱਚ ਖੁਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਵੀ ਆਏ। ਟਵਿੱਟਰ 'ਤੇ ਬੜਾ ਹੁੱਭ ਕੇ ਉਹਨਾਂ ਨੇ ਪਿੰਨ ਕੀਤਾ ਹੋਇਆ ਇਸ ਗੱਲ ਨੂੰ ਕਿ ਇਸ ਸਾਲ ਦੀ ਸ਼ੁਰੂਆਤ ਬਹੁਤ ਚੰਗੀ ਹੋਈ ਕਿ ਮੈਂ ਮੋਦੀ ਸਾਹਿਬ ਨੂੰ ਮਿਲਿਆ, ਪਰ ਫਿਲਮ ਅਜੇ ਤੱਕ ਰਿਲੀਜ਼ ਨਹੀਂ ਕਰਵਾ ਸਕੇ। ਇਹ ਗੱਲ ਜਿਹੜੀ ਹੈ ਚਿੱਟੇ ਦਿਨ ਵਾਂਗੂ ਸਾਫ਼ ਹੈ। ਇੱਕ ਹੋਰ ਖਬਰ ਤੁਹਾਡਾ ਧਿਆਨ 'ਚ ਲੈਣੀ ਚਾਹੁੰਦਾ ਕਿ ਸੋਸ਼ਲ ਮੀਡੀਆ 'ਤੇ ਪੰਜਾਬ ਦੇ ਕੁਝ ਜਿਹੜੇ ਕੱਟੜਪੰਥੀ ਸਿੱਖ ਨੇ, ਉਸ ਗੱਲ ਨੂੰ ਬੜੀ ਤੂਲ ਦੇ ਰਹੇ, ਬੜੀ ਹਵਾ ਦੇ ਰਹੇ ਕਿ ਪੰਜਾਬ ਵਿੱਚ ਪ੍ਰਵਾਸੀ ਬਹੁਤ ਆ ਗਏ ਨੇ। ਉਹਨਾਂ ਨੇ ਪਿੱਛੇ ਜੇ ਆਪਣਾ ਛਠ ਪੂਜਾ ਦਾ ਤਿਉਹਾਰ ਮਨਾਇਆ ਉੱਥੇ, ਤਾਂ ਉਹਨਾਂ ਨੇ ਬੜਾ ਇਤਰਾਜ਼ ਕੀਤਾ ਇਸ ਗੱਲ 'ਤੇ। ਸੋਸ਼ਲ ਮੀਡੀਆ 'ਤੇ ਉਹਨਾਂ ਦੀਆਂ ਵੀਡੀਓਜ਼ ਘੁਮਾ ਕੇ ਡਰਾਇਆ ਜਾ ਰਿਹਾ ਲੋਕਾਂ ਨੂੰ, ਵੇਖੋ ਇਹ ਤਿਉਹਾਰ ਨਹੀਂ ਗਾ, ਇਹ ਪੰਜਾਬ ਹੈ। ਅੱਜ ਪੰਜਾਬ ਦੀ ਸ਼ਕਲ ਬਦਲ ਗਈ ਹੈ, ਪੰਜਾਬ ਦਾ ਮੁਹਾਂਦਰਾ ਬਦਲ ਗਿਆ। ਸੋ ਵਾਟ? ਕੈਨੇਡਾ ਵਿੱਚ ਵੀ ਗੋਰੇ ਨਸਲਵਾਦੀ ਇਹੀ ਕੁਝ ਕਰ ਰਹੇ। ਉਹ ਸਾਡੇ ਭਾਈਚਾਰੇ ਦੇ ਬਜ਼ੁਰਗਾਂ ਦੀਆਂ ਤਸਵੀਰਾਂ, ਉਹਨਾਂ ਦੇ ਵੀਡੀਓ ਦਿਖਾ ਕੇ ਕਿ ਦੇਖੋ ਇਹ ਇੰਡੀਆ ਨਹੀਂ ਗਾ, ਇਹ ਪੰਜਾਬ ਨਹੀਂ ਗਾ, ਇਹ ਟੋਰਾਂਟੋ ਹੈ, ਬਰੈਂਪਟਨ ਹੈ। ਉਹ ਵੀ ਇਹੀ ਕੁਝ ਕਰ ਰਹੇ। ਸੋ ਜੋ ਗੋਰੇ ਨਸਲਵਾਦੀ ਇੱਥੇ ਕਰ ਰਹੇ ਸਾਡੀ ਬਾਬਤ, ਇਹੀ ਕੁਝ ਪੰਜਾਬ ਬੈਠੇ ਕੱਟੜਪੰਥੀ ਸਿੱਖ UP ਬਿਹਾਰ ਤੋਂ ਆਏ ਪ੍ਰਵਾਸੀਆਂ ਬਾਰੇ ਕਹਿ ਰਹੇ ਨੇ। ਸੋ ਜ਼ੈਨੋਫੋਬੀਆ, ਇਲਾਕਾ ਪ੍ਰਸਤੀ ਹੈ, ਫਿਰਕਾ ਪ੍ਰਸਤੀ ਹੈ। ਇਸ ਦੇ ਬਾਰੇ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ। ਸੋਸ਼ਲ ਮੀਡੀਆ ਉੱਪਰ ਇਸ ਕਿਸਮ ਦਾ ਪ੍ਰਚਾਰ ਜਿਹੜਾ ਹੋ ਰਿਹਾ, ਗੁੰਮਰਾਹਕੁਨ ਪ੍ਰਚਾਰ ਔਰ ਨਫ਼ਰਤੀ ਪ੍ਰਚਾਰ, ਇਸ ਤੋਂ ਬਚਣ ਦੀ ਭਾਰੀ ਲੋੜ ਹੈ। ਅਗਲੀ ਜਿਹੜੀ ਹੋਰ ਖਬਰ ਉਹ ਇਹ ਕਿ ਕੈਨੇਡੀਅਨ ਸਿੰਗਰ JP ਸੈਕਸ ਇਸ ਸਮੇਂ ਵਾਦਾਂ ਵਿੱਚ ਘਿਰ ਗਿਆ। ਹੋਇਆ ਇਸ ਤਰ੍ਹਾਂ ਕਿ ਜਦੋਂ ਵਰਲਡ ਸੀਰੀਜ਼ ਸ਼ੁਰੂ ਹੋਈ ਤਾਂ ਉਸਨੇ ਜਿਹੜਾ ਕੈਨੇਡਾ ਦਾ ਜਿਹੜਾ ਕੌਮੀ ਤਰਾਨਾ ਨੈਸ਼ਨਲ ਐਂਥਮ ਉਸਨੇ ਗਾਇਆ, ਉਸ ਦੇ ਸ਼ਬਦ ਥੋੜ੍ਹੇ ਬਦਲ ਦਿੱਤੇ। ਹੁਣ ਉਸ ਵਿੱਚ ਇੱਕ ਸਤਰ ਆਉਂਦੀ ਹੈ, ਆਵਰ ਹੋਮ ਐਂਡ ਨੇਟਿਵ ਲੈਂਡ, ਯਾਨੀ ਸਾਡਾ ਘਰ ਅਤੇ ਮੂਲ ਵਾਸੀਆਂ ਦੀ ਧਰਤੀ। ਉਸਨੇ ਬਦਲ ਕੇ ਇਹ ਕਹਿ ਦਿੱਤਾ ਆਵਰ ਹੋਮ ਔਨ ਨੇਟਿਵ ਲੈਂਡ, ਯਾਨੀ ਕਿ ਮੂਲ ਅਸੀਂ ਜੱਦੀ ਧਰਤੀ ਉੱਪਰ ਸਾਡਾ ਘਰ। ਹਾਲਾਂਕਿ ਇਹ ਗੱਲ ਆਮ ਤੌਰ 'ਤੇ ਸਵੀਕਾਰੀ ਜਾਂਦੀ ਜਦੋਂ ਕੋਈ ਸਮਾਗਮ ਸ਼ੁਰੂ ਹੁੰਦਾ ਕਿ ਅਸੀਂ ਉਹਨਾਂ ਦੀ ਜੱਦੀ ਧਰਤੀ 'ਤੇ ਖਲੋਤੇ ਹਾਂ, ਪਰ ਕਿਉਂਕਿ ਸੱਜੇ ਪੱਖੇ ਦੀ ਇਸ ਸਮੇਂ ਚੜ੍ਹ ਮੱਚੀ ਹੋਈ ਹੈ, ਬੜੇ ਔਖੇ ਭਾਰੇ ਨੇ। ਪਿੱਛੇ ਜੇ ਕੋਵੀ ਚੰਦ ਹਲਕੇ ਦੇ ਹੱਕ ਵਿੱਚ ਅਦਾਲਤੀ ਫੈਸਲਾ ਆ ਗਿਆ। ਰਿਚਮੰਡ ਵਿੱਚ ਜਿਹੜੇ ਪ੍ਰੋਪਰਟੀ ਜਿਹੜੇ ਹੋਲਡਰਸ ਨੇ ਚੀਕਾਂ ਮਾਰ ਰਹੇ ਨੇ ਕਿ ਸਾਡੀਆਂ ਪ੍ਰਾਪਰਟੀਆਂ ਮੂਲ ਅਸੀਂ ਖੋਲ੍ਹਣਗੇ। ਹਾਲਾਂਕਿ ਉਹ ਸਪਸ਼ਟ ਕਰ ਚੁੱਕੇ ਨੇ ਕਿ ਸਾਡਾ ਕੋਈ ਇਰਾਦਾ ਨਹੀਂ ਇਹੋ ਜਿਹਾ। ਪ੍ਰੋਪਰਟੀ ਰਾਈਟਸ ਅਤੇ ਇੰਡੀਜਨਸ ਰਾਈਟਸ ਇਕੱਠੇ ਐਗਜ਼ਿਸਟ ਕਰ ਸਕਦੇ। ਇਸ ਦੀ ਬਾਬਤ ਰਿਚਮੰਡ ਵਿੱਚ ਵੱਡਾ ਇਕੱਠ ਵੀ ਹੋਇਆ 28 ਤਰੀਕ ਨੂੰ, ਯਾਨੀ ਕਿ ਮੰਗਲਵਾਰ ਦੀ ਸ਼ਾਮ ਨੂੰ। ਉੱਥੇ ਬੜਾ ਤਲਖੀ ਵਾਲਾ ਮਾਹੌਲ ਸੀ, ਬਹੁਤ ਉੱਥੇ
ਚੀਖ ਚਿਹਾੜਾ ਪਿਆ। ਸੋ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ। ਹਾਲਾਂਕਿ ਮੂਲ ਅਸੀਂ ਆਗੂ ਸਪਸ਼ਟ ਕਰ ਚੁੱਕੇ ਨੇ, ਸਾਡਾ ਪ੍ਰੋਪਰਟੀ ਹੋਲਡਰਸ ਦੀਆਂ ਜ਼ਮੀਨਾਂ ਖੋਹਣ ਦਾ ਕੋਈ ਇਰਾਦਾ ਨਹੀਂ ਗਾ, ਪਰ ਫਿਰ ਵੀ ਇਸ ਗੱਲ ਨੂੰ ਹਵਾ ਦਿੱਤੀ ਜਾ ਰਹੀ ਹੈ ਕੱਟੜਪੰਥੀਆਂ ਵੱਲੋਂ। ਉਸ ਦੇ ਮੱਦੇਨਜ਼ਰ ਜਦੋਂ JP ਸੈਕਸ ਨੇ ਇਹ ਗੱਲ ਕਹਿ ਦਿੱਤੀ, ਕਹੀ ਉਸ ਇਸੇ ਮਨਸ਼ਾ ਤੋਂ ਸੀ ਕਿ ਅਸੀਂ ਉਹਨਾਂ ਦੀ ਜੱਦੀ ਧਰਤੀ 'ਤੇ ਖਲੋਤੇ ਹਾਂ, ਸਭ ਉਸ ਦੇ ਗੱਲ ਪੈ ਗਏ। ਉਸ ਦੇ ਬਾਰੇ ਬੋਲਣਾ ਸ਼ੁਰੂ ਕਰ ਦਿੱਤਾ ਗਿਆ ਕਿ ਇਹ ਹੁੰਦਾ ਕੌਣ ਹੈ, ਸਾਡੇ ਕੌਮੀ ਘਰਾਣੇ ਨਾਲ ਖਿਲਵਾੜ ਕਰਨ ਵਾਲਾ, ਉਸ ਨੂੰ ਤੋੜ ਮੋੜ ਕੇ ਪੇਸ਼ ਕਰਨ ਵਾਲਾ। ਉਸ ਦੀ ਕਾਫੀ ਆਲੋਚਨਾ ਇਸ ਸਮੇਂ ਹੋ ਰਹੀ ਹੈ। ਅਖੀਰ ਤੋਂ ਦੱਸੀ ਕਿ ਅਲਬਰਟਾ ਦੇ ਵਿੱਚ ਸੱਜੇ ਪੱਖੀ ਸਰਕਾਰ ਨੇ ਇੱਕ ਫਰਮਾਨ ਜਾਰੀ ਕਰ ਦਿੱਤਾ, ਇੱਕ ਬਿੱਲ ਲਿਆਂਦਾ ਜਿਸ ਤੋਂ ਪਿੱਛੋਂ ਜਿਹੜੀ ਟੀਚਰ ਹੜਤਾਲ ਸੀ, ਹੜਤਾਲ ਉਹਨਾਂ ਦੀ ਟੁੱਟ ਗਈ। ਉਹਨਾਂ ਨੂੰ ਹੁਣ ਵਾਪਸ ਸਕੂਲਾਂ ਵਿੱਚ ਜਾਣਾ ਪੈ ਰਿਹਾ। ਇਸ ਨੂੰ ਲੈ ਕੇ ਜਿਹੜੇ ਕਈ ਲੇਬਰ ਆਰਗੇਨਾਈਜੇਸ਼ਨਸ ਨੇ, ਟ੍ਰੇਡ ਯੂਨੀਅਨ ਵਾਲੇ ਨੇ, ਇਤਰਾਜ਼ ਕਰ ਰਹੇ ਨੇ ਕਿ ਇਹ ਕਾਮਿਆਂ ਦੀ ਜਿਹੜੀ ਜਮਹੂਰੀ ਹੱਕ ਹੈ, ਜਿਹੜਾ ਹੜਤਾਲ ਕਰਨ ਦਾ ਹੱਕ ਹੈ, ਉਸ ਉੱਪਰ ਸਿੱਧਾ ਛਾਪਾਮਾਰੀ ਹੋ ਰਹੀ ਹੈ। ਉਸਨੇ ਇਸ 'ਤੇ ਉਹਨਾਂ ਨੇ ਆਪਣਾ ਵਿਰੋਧ ਪ੍ਰਗਟ ਕੀਤਾ। ਸੋ ਇਸ ਤਰ੍ਹਾਂ ਦੀਆਂ ਖਾਸ ਖਬਰਾਂ ਲਵਾਂਗੇ ਨਿੱਕੀ ਜਿਹੀ ਬ੍ਰੇਕ, ਜਿਸ ਤੋਂ ਪਿੱਛੋਂ ਭਾਰਤ ਕਰਨੇ ਬਹੁਤ ਹੀ ਖਾਸ ਮਹਿਮਾਨ ਦੇ ਨਾਲ। ਸਾਡੇ ਅੱਜ ਦੇ ਖਾਸ ਮਹਿਮਾਨ ਹੈ ਜੀ ਸੈਯਦ ਕਾਸਿਮ ਰਸੂਲ ਇਲਿਆਸ, ਜਿਹੜੇ ਕਿ ਉਮਰ ਖਾਲਿਦ ਦੇ ਪਿਤਾ ਨੇ। ਉਮਰ ਖਾਲਿਦ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸੰਗਠਨ ਦਾ ਆਗੂ ਹੈ। ਚੇਤੇ ਰਹੇ ਜਦੋਂ ਭਾਰਤ ਸਰਕਾਰ ਵੱਲੋਂ CA ਕਾਨੂੰਨ ਲਿਆਂਦਾ ਗਿਆ ਗੁਆਂਢੀ ਦੇਸ਼ਾਂ ਤੋਂ ਆ ਰਹੇ ਮੁਸਲਿਮ ਰਿਫਿਊਜੀਜ਼ ਦੇ ਖਿਲਾਫ, ਤਾਂ ਉਸ ਸਮੇਂ ਵੱਡੇ ਪੱਧਰ 'ਤੇ ਰੋਸ ਵਿਖਾਵੇ ਹੋਏ ਸੀਗੇ ਔਰ ਉਮਰ ਖਾਲਿਦ ਨੇ ਵੀ ਉਹਨਾਂ ਵਿਖਾਵਿਆਂ ਸ਼ਿਰਕਤ ਕੀਤੀ ਸੀ। ਔਰ ਜਿਸ ਦੌਰਾਨ ਦੰਗੇ ਭੜਕੇ ਸੀ ਔਰ ਅਨੇਕਾਂ ਮੌਤਾਂ ਹੋਈਆਂ ਸਨ, ਬਹੁਤੀਆਂ ਮੌਤਾਂ ਮੁਸਲਮਾਨਾਂ ਦੀਆਂ ਹੋਈਆਂ ਸਨ, 50 ਮੌਤਾਂ ਹੋਈਆਂ ਸਨ। ਸੋ ਉਸ ਮਾਮਲੇ ਵਿੱਚ ਉਮਰ ਖਾਲਿਦ ਨੂੰ ਉਸ ਉੱਪਰ ਕੌਂਸਪੀਰੇਸੀ ਦੋਸ਼ ਲਾ ਕੇ ਉਸਨੂੰ ਜੇਲ੍ਹ 'ਚ ਸੁੱਟ ਦਿੱਤਾ ਗਿਆ। 5 ਸਾਲ ਹੋ ਗਏ ਨੇ ਜੇਲ੍ਹ ਸਾੜਿਆ ਜਾ ਰਿਹਾ, ਜ਼ਮਾਨਤ ਨਹੀਂ ਮਿਲ ਰਹੀ ਔਰ ਉਸ ਦੇ ਪਿਤਾ ਦਾ ਮੰਨਣਾ ਹੈ ਕਿ ਫਰਜ਼ੀ ਮਾਮਲਾ, ਔਰ ਇੱਥੋਂ ਤੱਕ ਕਿ ਉਸ ਦੇ ਪਿਤਾ ਵੀ ਕਿਸੇ ਵੇਲੇ ਮੁਸਲਿਮ ਸਟੂਡੈਂਟ ਜਥੇਬੰਦੀਆਂ ਨਾਲ ਜੁੜੇ ਹੋਏ ਸੀ, ਜਿਸ ਉੱਪਰ ਪਾਬੰਦੀ ਲਾਈ ਹੋਈ ਭਾਰਤ ਸਰਕਾਰ ਨੇ। ਇਹਨਾਂ ਸਾਰੇ ਮੁੱਦਿਆਂ 'ਤੇ ਵਿਸ਼ੇਸ਼ ਗੱਲਬਾਤ ਲੈ ਕੇ ਹਾਜ਼ਰ ਨੇ। ਬ੍ਰੇਕ ਤੋਂ ਪਿੱਛੋਂ ਵੇਖਦੇ ਰਹੋ ਨਵੀਂ ਤਾਜ਼ੀ YouTube 'ਤੇ। 3 years ago, a local distributor was drowning in orders, inventory, and finances. Then they partnered with Stratwit to implement SAP Business One. Thereafter, everything became simple, accurate, and connected. Today, they're thriving, and so can you. At Stratwit Solutions Limited, we install the market's top ERP at an affordable price. सुषमा जी, बड़े कॉल्स आ रहे हैं और लोग बड़े परेशान हैं। कहते कि जैसे रेडियो पे हिंदी पंजाबी मिक्स गाने सुनने को मिलते थे ना हमारे यहाँ से, अब वैसे बिल्कुल रेडियो पे ऐसे गाने आते ही नहीं है। तुम्हारा कहने का मतलब है कि स्पाइस रेडियो पे जैसे प्रोग्राम आते थे एग्जैक्टली 1200 AM पे, तो वो जो प्रोग्राम थे वो हमने वो प्रोग्राम अभी भी हमारे पास हैं और वो हम उनको ले आए हैं रिमझिम पे। मतलब सेम प्रोग्रामिंग हम सुन सकते हैं। हाँ जी, जैसे लोगों को कल्चर ऑफ पंजाब बहुत पसंद था, वो भी हमारे पास है। नून सुकून जो हम पेश करते थे 12 बजे, वो भी है। गपशप जो हम पेश करते हैं वो भी है। इवनिंग शो जो मनशालिका करती हैं वो भी है। आफ्टरनून शो जो रिक्वेस्ट है वो भी हैं। तो ये सब कुछ रेडियो रिमझिम पे है और आप रिमझिम पे इनको सुन सकते हैं। और रिमझिम पे आप इसे हमारे रेडियो पर भी सुन सकते हैं और हमारा जो ऐप है उस पर भी आप सुन सकते हैं। तो अगर आपके पास आईफोन है तो आईफोन पे आप हमारा ऐप ले लीजिए और उसके ज़रिए आप प्रोग्राम सुन सकते हैं। सूरा सो पहचानिए जो लरे दीन के हेत पुरजा कट मरे कबहू न छाड़े खेत। मत्था सिंगी अबदालियां ना लाउन लगे, ओदी फौज नू भाजड़ा पाउन लगे। लाड़ी मौत नू खालसा बनाउन लगे, बनाउन लगे, बनाउन लगे। लाड़ी मौत नू खालसे बनाउन लगे।
ਦੋਸਤੋ ਜਿਵੇਂ ਤੁਹਾਨੂੰ ਦੱਸਿਆ ਕਿ ਸਾਡੇ ਅੱਜ ਦੇ ਮਹਿਮਾਨ ਨੇ ਸੈਯਦ ਕਾਸਿਮ ਰਸੂਲ ਇਲਿਆਸ, ਜਿਹੜੇ ਕਿ ਉਮਰ ਖਾਲਿਦ ਦੇ ਪਿਤਾ, ਜਿਹੜੇ ਕਿ ਸਟੂਡੈਂਟ ਲੀਡਰ ਨੇ, ਜੇਲ੍ਹ 'ਚ ਬੈਠੇ ਨੇ। ਉਹਨਾਂ ਦੇ ਪਿਤਾ ਦੇ ਨਾਲ ਵਿਸ਼ੇਸ਼ ਇੰਟਰਵਿਊ ਕੀਤਾ ਅੱਜ ਦੇ ਪ੍ਰੋਗਰਾਮ ਵਿੱਚ, ਜਿਹੜਾ ਹੁਣ ਤੁਹਾਡੇ ਅਸੀਂ ਪੇਸ਼ ਕਰਨ ਜਾ ਰਹੇ ਹਾਂ। ਉਮੀਦ ਕਰਦਾ ਤੁਹਾਨੂੰ ਇਹ ਕੋਸ਼ਿਸ਼ ਪਸੰਦ ਆਏਗੀ, ਪਰੰਤੂ ਉਸ ਤੋਂ ਪਹਿਲਾਂ ਜੇਕਰ ਤੁਸੀਂ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰੋ, ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। आओ सुनिए सैयद कासिम रसूल इलियास की गलबात उमर खालिद की बाबत। इलियास साहब, थैंक्स फॉर ज्वाइनिंग मी। हमारे प्रोग्राम में आपका बहुत स्वागत है। ठीक है, धन्यवाद। सो इलियास साहब, शुरू ऐसे करते यहाँ से करते हैं कि थोड़ा सा हमारे जो लिस्टर्स हैं या व्यूअर्स हैं उनको बताना हो ब्रीफली कि उमर के खिलाफ केस क्या है सरकार का, जिसकी वजह से उसको 5 साल से यूएपीए के तहत जेल में फेंका गया है। सो ब्रीफली क्या चार्जेस लगाए हैं उसके ऊपर? देखिए, उसके ऊपर बुनियादी तौर पे चार्जेस ये है कि वो उसको दिल्ली के जो दंगे हुए थे 2020 में, उसका मास्टरमाइंड बताया गया। और ये कहा गया कि ये इन्हीं लोगों ने इसको दंगों की साजिश रची थी और दंगे करवाए थे यहाँ पे। हालांकि उमर खालिद जिस जमाने में दंगे हुए थे उस जमाने में दिल्ली में थे भी नहीं। वो सीए की लड़ाई लड़ रहे थे, तो वो बिहार के दौरे पे थे उस वक्त में। और तो उमर के खिलाफ चार्जेस जो फ्रेम किए गए, चार्जेस जो भी अभी तो फ्रेमिंग ऑफ चार्जेस चल रहा है, लेकिन जो चार्जशीट में जो चार्जेस हैं उसमें सिवाय इस विटनेस के स्टेटमेंट के और कोई चीज़ नहीं है। और दूसरी बात यह कि एक व्हाट्सएप ग्रुप है, व्हाट्सएप ग्रुप में उमर खालिद भी वन ऑफ द पर्सन है। तो व्हाट्सएप ग्रुप के ना एडमिन को गिरफ्तार किया गया, ना उसके अंदर और लोग हैं, उसमें सिंगल आउट किया उमर खालिद को। और जब ये बात कही गई कि उमर खालिद के उसमें पोस्ट भी नहीं है सिरे से, तो ये कहा गया कि वो साइलेंट वो है, आपके कंस्पिरेटर है। तो इस तरह से ये पूरा केस जो है वो फैब्रिकेटेड है, कंकॉक्टेड है और बहुत फेक किस्म का लगाया गया है। उमर खालिद की एक स्पीच हुई थी अमरावती में, जो वहाँ पे एक वेलफेयर पार्टी ऑफ इंडिया का एक प्रोग्राम था, उसमें एक स्पीच उन्होंने दिया था। उस स्पीच में एक जुमला था कि ट्रंप आएंगे तो हम उनको बताएंगे कि हिंदुस्तान की डेमोक्रेसी किस तरह किधर जा रही है। तो उसमें ट्रंप आएंगे तो हम उनको बताएंगे, इस तरह जुमला एक निकाला उसमें से, और उसी को चार्जशीट में दिया गया। हमारे वकील ने कहा कि आपने ये जुमला कहाँ से लिया? तो उन्होंने कहा कि हमने रिपब्लिक टीवी से लिया। रिपब्लिक टीवी से पूछा कि आपने कहाँ से लिया? तो उन्होंने कहा अमित मालवीय के ट्वीट से लिया। तो हमारे वकील ने ये कहा कि तो ठीक है, हम पूरी स्पीच सुना देते 20 मिनट की। तो 20 मिनट की पूरी स्पीच जो है वीडियो वहां पे दिखा दिया गया कोर्ट रूम के अंदर। और उसने हमारे वकील ने पूछा हमारे जज से कि आप बताइए इसमें इस स्पीच में कौन सी चीज ऑब्जेक्शनेबल है? उमर तो ये कह रहे हैं कि अगर वो हमारे ऊपर में यानी लाठियां चलाएंगे तो हमको फूल देंगे, हमको जेल डालेंगे तो हम सारे जहां से अच्छा हिंदुस्तान हमारा कहते हुए चले जाएंगे, हम भगत सिंह की बात करेंगे, हम कॉन्स्टिट्यूशन साथ में ले चलेंगे। गांधी की, भगत सिंह की, कॉन्स्टिट्यूशन की ही बात है उस पूरे वीडियो के अंदर। तो उन्होंने बताया कि इसमें कौन सी चीज ऑब्जेक्शनल है? कोई चीज ऑब्जेक्शनल नहीं है। तो असल में ये पूरा ही यानी और उसके बाद चूंकि यूएपीए लगा हुआ है हिंदुस्तान के अंदर, यूएपीए का कानून देखिए, आम जो सीआरपीसी की और सीपीसी की दफात हैं उसमें तो ये कहा जाता है कि पर्सन इज इनोसेंट अनलेस प्रूफ अदरवाइज। इस केस में उल्टा होता है, ए पर्सन इज गिल्टी अनलेस प्रूफ अदरवाइज। तो इसमें ये यानी बेल के स्टेज पर ही आपको ये प्रूफ करना पड़ता है कि आप गिल्टी नहीं हैं। अदरवाइज आमतौर पे ये होता है दूसरे जो हमारे सेक्शंस हैं उसके अंदर कि इसमें पुलिस को बताना पड़ता है कि आप गिल्टी हैं। इसमें जो विक्टिम है उसी को प्रूव करना पड़ता है कि मैं गिल्टी नहीं। तो आमतौर पे जो लोअर कोर्ट है वो बेल नहीं देती है, लेकिन उमर के केस में तो अजीब गरीब बात है कि पहले लोअर कोर्ट ने रिजेक्ट की, फिर हाई कोर्ट ने रिजेक्ट की, फिर सुप्रीम कोर्ट में गए। तो सुप्रीम कोर्ट में 9 महीने में 14 बार एडजर्नमेंट हुआ। वहां से जब वापस लेके फिर लोअर कोर्ट गए, फिर हाई कोर्ट से रिजेक्ट हुआ, अब सुप्रीम कोर्ट में आए दोबारा। तो ये है उमर के खिलाफ केस। इलियास साहब, आपसे जानना चाहूंगा कि 5 साल हो गए, ट्रायल शुरू नहीं हुआ, जैसे आप बता रहे हैं कि एविडेंस भी बहुत ज़्यादा वीक है। आपको क्या लगता है कि गवर्नमेंट की मंशा क्या है ये सारा कुछ करके? आर दे ट्राइंग टू टेरराइज स्टूडेंट लीडर्स या स्टूडेंट एक्टिविस्ट, या मुस्लिम कम्युनिटी में फियर पैदा कर रहे हैं? मतलब व्हाट इज द इंटेंशन बिहाइंड इट आपके? देखिए, दो बातें बहुत साफ है इसमें। पहली बात तो ये कि ये जो हमारे यहाँ सीए की मूवमेंट चली थी,
वो हिंदुस्तान की हिस्ट्री में, मुसलमानों की हिस्ट्री के अंदर ये अजीब व गरीब बात है कि ये मुसलमानों की ट्रेडिशनल लीडरशिप नहीं शुरू की। ये स्टूडेंट्स ने और विमेन्स ने, औरतों ने, महिलाओं ने शुरू की। और ये पूरी मास मूवमेंट बन गई। पूरे इंडिया के अंदर 287 प्लेसेस के ऊपर शाहीन बाग बने थे। तो कोई स्टेट ऐसा नहीं था जहां पे शाहीन बाग न बना। तो ये मास मूवमेंट खड़ी हो गई थी। गवर्नमेंट को समझ नहीं आ रहा था कि ये मूवमेंट कैसी खड़ी हो गई, और इसको दबाने की, खत्म करने की हर तरह की साजिश की गई, लेकिन ये मूवमेंट खत्म नहीं हुई। तो कोविड आ गया, तो कोविड की वजह से वो बंद हो गया मामला, अदरवाइज ये मूवमेंट चल रही थी। तो उनको ये लगा कि ये तो एक नई लीडरशिप खड़ी हो रही है कम्युनिटी के अंदर, नई नस्ल, नए नौजवान। इसलिए कि देखिए, अब जितने लोग भी इस चार्जशीट में 95 की जो चार्जशीट है, इस चार्जशीट में जितने लोग भी गिरफ्तार किए गए हैं वो सब यूथ हैं, नौजवान हैं। कोई भी ऐसा नहीं है जो ओल्ड एज का आदमी होगा, सिवाय एक आदमी के। तो इसमें उनको ये लग रहा था, हुकूमत ने समझाया कि भाई जब तक के इन बच्चों को हम लंबे वक्त तक जेल में न डाल दें, ताकि इनके अंदर से हौसला जो है, अज़्म जो है, इरादा जो है, हिम्मत जो है, वो टूट जाए पूरी तरह से। मुझे ये लगता है इसका मंशा यही है। यही वजह थी कि उनके ऊपर में इतने संगीन किस्म के चार्जेस लगाए गए। और आप ये देखिएगा, जो मैं बता रहा हूँ आपको, 800-900 विटनेसेस थे हमारे यहाँ। अगर केस बहुत वीक है तो पुलिस ये करती है कि लंबी लंबी चार्जशीट बनाती है। अब आप देखिए, पहली चार्जशीट में उम्र का नाम नहीं है, 17,000 पेज की चार्जशीट। उसके बाद सप्लीमेंट्री चार्जशीट में उम्र का नाम आया। तो तकरीबन 30,000 पेजेस की चार्जशीट है जो लाई गई है। 900 विटनेसेस हैं, और विटनेसेस भी अननोन है। अननोन इन द सेंस उनके नाम नहीं दिए गए हैं, अल्फा, बीटा, गामा, इस तरह की बात कही जा रही है। तो कहना ये है असल में कि ऐसा केस को इतना लंबा बनाया जाता है चार्जशीट को, कि अदालत को पढ़ते पढ़ते ही समय लग जाए, और उसमें जरा हो तो लंबी बात लगे, तो 10-15 साल ऐसे ही निकल जाए। उसके बाद अगर एक्विटल होता है तो ठीक है, 10-15 साल तो आपने जेल में डाल दिया किसी आदमी को। तो ये है पूरा मंशा उसके पीछे। और आप देखिएगा कि हमारे यहाँ जितने भी ड्रैकोनियन लॉज आए हैं, चाहे टाडा आया हो, चाहे पोटा आया हो, उसमें कन्विक्शन रेट 1% है। और इसके यूएपीए के अंदर भी 2.3% कन्विक्शन रेट है। तो इससे आप अंदाजा लगा सकते हैं कि ये बनाए ही जाते हैं ड्रैकोनियन लॉज इस तरह से कि भाई आपको लंबे वक्त तक जेल में डाल दिया जाए, प्रोसेस पनिशमेंट बन जाता है। राइट, राइट। इलियास साहब, मैं जानना चाहूंगा कि अभी नेक्स्ट स्टेप क्या होगा आपका, या जो टीम उमर खालिद की रिहाई के लिए लड़ाई लड़ रही है, उनका अगला कोर्स ऑफ एक्शन क्या होगा? क्योंकि बेल तो रिजेक्ट हो गई और उसका काफी हल्ला भी मचा उस बात को लेके। यहाँ तक कि जो नहीं, अभी चंद्रचूड़ ने भी कुछ बड़ी डैमेजिंग स्टेटमेंट्स दी हैं। सो अब क्या नेक्स्ट कोर्स ऑफ एक्शन होगा? नहीं, अभी तो नेक्स्ट कोर्स ऑफ एक्शन तो हमने शुरू कर दिया ना। इस वक्त सुप्रीम कोर्ट पे केस है। अभी 27 तारीख को हियरिंग थी। 27 तारीख को पुलिस ने फिर ये कहा कि हम जवाब अभी नहीं दे पाए हैं, 2 हफ्ते का टाइम और उन्होंने मांगा। तो जज ने ये कहा कि भाई मैंने आपको ये बता दिया था कि ये इस आज की डेट में मैं फाइनल हियरिंग करूंगा और केस को डिसाइड करूंगा। तो आपने चार्जशीट क्यों, इतना वक्त, 1 महीने का पूरा वक्त आपको दिया था, तो आपने जवाब क्यों नहीं दाखिल किया? तो वो बहुत अच्छा खासा डांट लगाई है जज ने। उसके बाद उन्होंने 2 हफ्ते का टाइम मांगा, तो उन्होंने 2 हफ्ते का टाइम नहीं दिया। उन्होंने इसी फ्राइडे को, आने वाले कमिंग फ्राइडे को, अब केस फिर दोबारा शुरुआत होगी। तो इस बार तो देखिए, इतना हंगामा हुआ है हाई कोर्ट की बेल रिजेक्शन के बाद में, मीडिया के अंदर और सोशल मीडिया के अंदर इतना हंगामा हुआ है कि अब तो मुझे ऐसा लगता है कि सुप्रीम कोर्ट भी किसी हद तक के दबाव में है। और उसको ये महसूस हो रहा है कि अगर हमने भी रिजेक्ट किया बेल को, तो फिर अच्छा, दूसरी बात ये कि अब तो हर चीज खुलकर सामने आ गई ना। चार्जेस के ऊपर में क्या, चार्जेस पे बहस शुरू हो गई अब, यानी फ्रेमिंग ऑफ चार्जेस पे बहस चल रही है। तो एक एक चीज खुलकर सामने आ रही है कि पूरा कंकॉक्टेड, पूरा फैब्रिकेटेड किस्म के चार्जेस हैं जो लगाकर इन लोगों को डाला गया है। राइट। इलियास साहब, मैं जानना चाहूंगा इस वक्त उमर खालिद की हालत कैसी है जेल में? किस तरह के इसकी चैलेंजेस हैं? किस तरह से वो अपना वक्त वहां पे गुजार रहा है? थोड़ा उसके बारे में अगर बताना चाहें तो। देखिए, पहली बात तो मैं आपको ये बताना चाहता हूँ कि उमर खालिद और उनके जितने दोस्त हैं, उनमें किसी का भी हौसला नहीं टूटा है। वो बहुत डिटरमिन्ड है, और वो ये कहते हैं कि अगर हम दोबारा बाहर आएंगे तो हम अपनी मूवमेंट को कंटिन्यू करेंगे। तो एक बात तो ये है। दूसरी बात है कि उमर खालिद को इन्होंने एक सेपरेट सेल में रखा है सिक्योरिटी रीजन की वजह से। और वो 3-4 घंटे सुबह में, 3-4 घंटे शाम में निकालते हैं।
तो उनको पास प्लेंटी ऑफ टाइम है, तो ज़्यादातर टाइम अपना पढ़ने में गुजारते हैं। तो अब तक तकरीबन 150 किताबें, बुक्स उन्होंने पढ़ ली हैं। वो मंगाते रहते हैं हमसे, हम भेजते रहते हैं, वो पढ़ते रहते हैं। कभी कभी आर्टिकल लिख देते हैं। अब आर्टिकल लिख के भेजना भी बहुत मुश्किल होता है, जब वो कोर्ट में आते हैं तो उस वक्त हैंड ओवर कर देते हैं किसी को भी। तो इस तरह से वो पब्लिश हो जाते हैं, यहाँ के न्यूज़पेपर्स में या पोर्टल्स पे आ जाते हैं। हम्म। और तीसरा काम ये कि वो इंटरनेट तो है नहीं, टेलीफोन है नहीं, तो कुछ टीवी है, कुछ पेपर्स हैं, न्यूज़पेपर्स हैं, यही पढ़ के वो टाइम गुजारते हैं। उनसे हमारी हर हफ्ते वीडियो कॉन्फ्रेंस पे बात हो जाती है, 15 मिनट के लिए, 10-15 मिनट के लिए। और कोर्ट में हम लोग कभी कभी जाके मुलाकात कर लेते हैं। राइट। जो आपकी जो फैमिली है उसके लिए कैसे चैलेंजेस है, क्योंकि जब ऐसे केसेस किसी पर डाले जाते हैं तो अक्सर देखा जाता है उनको सोसाइटी में लोग ऑस्ट्रासाइज कर देते हैं, उनके बारे में गलत गलत धारणाएं बनाएंगे, उनसे बाइकआउट कर लेंगे, मिलना जुलना बंद कर देंगे। कई बार कोई नेबर भी आपको आके तंग परेशान कर सकता है। थोड़ा उसके बारे में बताएं कि फैमिली के लिए कौन सी चुनौतियां हैं, कैसे चैलेंजेस हैं इस वक्त। नहीं, देखिए, इस मामले में तो हमारे हमें उल्टा बिल्कुल मिल रहा है। लोग बहुत हमको यानी हमदर्दी हिम्मत दे रहे हैं। बंधाते हैं और मुलाकात करते हैं, घर पे भी आकर जहाँ भी जाना होता है तो अब बहुत आदर करते हैं, बहुत सम्मान करते हैं। कई प्रोग्राम अब तक हो चुके हैं, दिल्ली में भी और दिल्ली के बाहर भी बड़े बड़े प्रोग्राम और बड़े बड़े फंक्शंस हो चुके हैं। अच्छे खासे लोग आते हैं मेरे घर पे, काफ़ी कई लोग आ चुके हैं। हम्म। प्रकाश राज जो एक फिल्म एक्टर हैं, वो आ चुके हैं, स्वरा भास्कर आ चुकी हैं, और प्रशांत भूषण हैं, और अपूर्वानंद हैं। ये सब लोग हमारे घर आके यानी हमको वो करके गए हैं। तो और मुलाकातें भी होती रहती है हर जगह, जब ये मालूम होता है कि मैं उमर का फादर हूँ। वैसा भी मैं भी अननोन पर्सन नहीं हूँ सोसाइटी में, लेकिन फिर भी हम्म। अब मेरी पहचान उमर के फादर की हो गई है। बिल्कुल बिल्कुल। तो लेकिन ये कि अच्छी अच्छी सहानुभूति मिलती है जहाँ भी जाना होता है, दिल्ली में, इंडिया में, कहीं भी। इवन बाहर भी, अमेरिका वगैरह में, मैं हम्म। पिछले 2 साल पहले इसी उम्र के इश्यू पे अमेरिका गया था। तो वहाँ भी कई प्रोग्राम हुए थे। तो ऐसी हमारे साथ तो दूसरा ही रवैया है लोगों का। सब राइट। लोग मिलते हैं, सहानुभूति करते हैं, और बताते हैं कि भाई हम आपके साथ हैं, जो भी हेल्प चाहिए हम देने को हम्म। तैयार हैं। तो इसलिए हमें कोई परेशानी नहीं है। और हम ये राइट। कहना चाहते हैं कि हमारे जो वकील हैं, चाहे वो हाई कोर्ट में हो, लोअर कोर्ट में हो, चाहे कपिल सिब्बल हो सुप्रीम कोर्ट में, ये सब प्रो बोनो काम कर रहे हैं। राइट। वैसे आपको आपकी जानकारी के लिए बताना चाहता हूँ कि कल इसी मंच पे हमारे साथ अपूर्वानंद साहब से भी बात हुई थी, जिस जी मंच पे आप जी बात कर रहे हैं। जी आखिर में जी। इलियास साहब आपसे एक ही सवाल करना चाहूंगा, क्योंकि आप सिमी के साथ भी जुड़े रहे हैं। हम्म। सिमी को जैसे बैन कर दिया गया, लेकिन आरएसएस, बजरंग दल जैसी ऑर्गेनाइजेशन खुल्लम खुल्ला काम कर रही हैं। क्या आपको लगता है ये सारे के पीछे एक पैटर्न है कि माइनॉरिटीज के साथ जुड़े हुए ग्रुप्स को ब्लैकलिस्ट कर देना, उनके नौजवानों को पकड़ के जेलों में डाल देना, जो बाकी दंदराते फिरते हैं उन पे कोई कार्रवाई नहीं हो रही? डू यू सी ए पैटर्न बिहाइंड इट? बिल्कुल बिल्कुल, एक पैटर्न है। और हम ये देख रहे हैं कि सिर्फ ये नहीं है कि बैन कर दिया सिमी को। और आप सोचिए कि 2001 में बैन किया था, सुप्रीम हम्म। कोर्ट में आज तक वो मैटर हियरिंग पे नहीं आ रहा है। हम्म। कितने साल हो गए, आप अंदाजा लगा सकते हैं। और ट्राइब्यूनल, पहले ट्राइब्यूनल 2 साल के लिए बैन होता था, 5 साल के लिए बैन हो गया, क्योंकि अमेंडमेंट लाकर इन्होंने 5 साल कर दिया उसको। तो इतनी बार बैन पे बैन लगता है, जबकि सिमी के यहाँ आपको मालूम होना चाहिए कि उनकी एज लिमिट है 30 ईयर्स। 30 ईयर्स के बाद में एक आदमी ऑलरेडी रिटायर हो जाता है। तो अब राइट। तो वो इतने साल तो जो खेप थी वो तो खत्म हो गई है ही नहीं, हम्म। लेकिन बैन कंटिन्यू चल रहा है। हम्म। तो ये एक मसला है। उसके बाद पॉपुलर फ्रंट ऑफ इंडिया को बैन कर दिया। हम्म। तो मेरा ख्याल से ये मुसलमानों की जो ऑर्गेनाइजेशन नौजवानों के अंदर कुछ उनके अंदर उत्साह और वो चीज़ें पैदा कर रही थी, उनको इन्होंने बैन करना शुरू किया कि वो कोई ऐसी ऑर्गेनाइजेशन या कोई ऐसा ग्रुप खड़ा होते देखना नहीं चाहते हैं जो कम्युनिटी के अंदर, नौजवानों के अंदर कुछ हिम्मत, कुछ धारस, कुछ हम्म। आगे बढ़ने का हौसला पैदा कर सके, और जो सरकार के गलत नीतियां हैं उसको चैलेंज कर सके। जो समाज के डिस्क्रिमिनेटरी ग्रुप्स हैं, कमजोर ग्रुप हैं, मार्जिनलाइज तबके हैं, उनका साथ खड़े हो सके। ऐसा ये सरकार नहीं चाहती है। तो एक पैटर्न है पूरा कि माइनॉरिटी के अंदर, खासतौर से मुसलमानों के अंदर, अगर कोई ग्रुप खड़ा हो रहा है या कोई ग्रुप हिम्मत वाला है, तो उसको कैसे क्रश किया जाए, कैसे उसको पाबंदी लगाई जाए, एक पूरा पैटर्न इसके अंदर हमको दिखाई देता है। राइट। इलियास साहब बहुत शुक्रिया, आपने वक्त निकाला हमारे लिए। हमारी शुभ इच्छाएं आपके साथ। फिर भी धन्यवाद। कोई बात रह गई हो मैं नहीं पूछ सका आपसे, अपनी तरफ से ऐड करना चाहे कर सकते हैं बिफोर लेट यू गो, जाने से पहले। नहीं, हम ये कहना चाहते हैं कि असल में ये उमर खालिद की केस में आप ये देखिएगा
कि सीए तो एक इशू था जो अभी खड़ा हुआ, डिस्क्रिमिनेटरी टाइप का कानून बनाया गया था। लेकिन उमर खालिद जेएनयू के अंदर अगर आप देखेंगे तो उमर खालिद की पूरी लड़ाई इसी तरह से मार्जिनलाइज ग्रुप के लिए खड़े होते हैं। रोहित वेमुला का मामला आया तो उसके लिए वो खड़े हुए, या उनका खुद पीएचडी का जो थेसिस था वो झारखंड के ऊपर था, झारखंड के ट्राइबल्स पर था, उस पर उन्होंने काम किया। वही उनको पीएचडी अवार्ड हुई उसी उसी बुनियाद पर वहाँ के। और हर वक्त वो हमको जंतर मंतर पर ही उमर खालिद नजर आते थे, कोई ना कोई इशू लेकर वो मैदान में होते थे, या वहां लड़ाई लड़ते थे। खुद ये एक 2016 में जो इशू बना था, आपके इल्म में होगा, वो कश्मीर का इशू था कि ए कंट्री विदाउट पोस्ट ऑफिस के नाम से उन्होंने एक प्रोग्राम किया था। उस पर इतना हंगामा हो गया कि टुकड़े टुकड़े गैंग और ये और वो, बहुत सारे इल्जाम लगे उमर पे। ऐसे ऐसे बेहुदा इल्जाम लगे कि उमर खालिद 2 बार पाकिस्तान चला गया, हालांकि उसके पास पासपोर्ट ही नहीं है। यानी उमर की खास बात ये थी कि उसने पासपोर्ट इसलिए नहीं बनाया था कि मुझे बाहर नहीं जाना है, इसी देश के अंदर काम करना है और समाज के कमजोर लोगों के लिए काम करना है। तो उसने पासपोर्ट नहीं, हमारे घर में सबके पास पासपोर्ट है, मेरी बेटियां बाहर में हैं, हम लोग सब जाके बाहर आते रहते हैं, लेकिन उमर ने पासपोर्ट नहीं बनाया। तो तो मैं कह रहा हूँ कि एक ऐसा बच्चा जो अच्छा, उसके अंदर कहीं से भी कोई दूर दूर तक भी कम्युनलिज्म टच करके नहीं गया है। वो पूरा कंप्लीट थारो सेकुलर वो है, और उसने लड़ाइयाँ भी ऐसी ही लड़ी है। सीए तो ये पहला केस है जो मुसलमानों के इशू को लेकर खड़े हुए। हालांकि सीए का भी जो मुखालिफत थी वो इस बुनियाद पे थी कि वो मुसलमानों को अफेक्ट कर रहा था, इसलिए थी कि वो एक डिस्क्रिमिनेटरी लॉ बन गया था। बिल्कुल। तो मैं ये कहना चाहता हूँ कि ये जो जेएनयू के अंदर से कुछ ऐसे बच्चे खड़े हुए हैं जो पूरे समाज के लिए सोचते हैं, पूरे देश के लिए सोचते हैं, समाज के निचले तबकों के लिए सोचते हैं, उनके लिए काम करते हैं। तो ये जो सरकार आई है, अब आप देखिए जेएनयू पे बहुत जबरदस्त हमले हो रहे हैं, वहाँ की स्टूडेंट मूवमेंट पे हमले हो रहे हैं, वहाँ के शिक्षा की नीतियां बदल दी गई हैं, बहुत सारी कुछ हो रही है। तो ये सरकार नहीं चाहती है कि समाज में कोई ऐसे तबके खड़े हों जो उसको आईना दिखा सकें। ये एक सिलसिला है जो जिसको बुनियाद बना के उमर खालिद भी उसी उसी लपेट में आए। इलियास साहब, बहुत शुक्रिया, फिर मुलाकात होगी। वक्त देने के लिए बहुत बहुत मेहरबानी आपकी। धन्यवाद, शुक्रिया आपका। ठीक है, अल्लाह हाफिज। अल्लाह हाफिज।